ਜਸ ਟੀਵੀ ਦੇਖ ਰਹੇ ਤੁਸੀਂ। ਮੈਂ केपी ਸਿੰਘ ਅੱਜ ਦਾ ਮੁੱਦਾ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ। ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਅੰਗਰੇਜ਼ਾਂ ਵੇਲੇ ਕਾਂਗਰਸ ਹੋਂਦ ਵਿੱਚ ਆਈ ਤੇ ਅੱਜ ਕਾਂਗਰਸ ਦੀ ਹੋਂਦ ਤੇ ਸਵਾਲ ਖੜੇ ਹੋ ਗਏ ਹੈ। ਕਾਂਗਰਸ ਨੂੰ ਬਚਾਏਗਾ ਕੌਣ? ਕਾਂਗਰਸ ਦਾ ਕਮਾਂਡਰ ਕੌਣ ਹੋਵੇਗਾ? ਨਵੇਂ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਘਮਸਾਨ ਮਚਿਆ ਹੋਇਆ ਤੇ ਇਸ ਦੇ ਵਿਚਾਲੇ ਰਾਜਸਥਾਨ ਦਾ ਸੰਕਟ ਆ ਜਾਂਦਾ ਹੈ। ਰਾਜਸਥਾਨ ਦੇ ਸੰਕਟ ਦੇ ਨਾਲ ਭਾਰਤ ਜੋੜੋ ਯਾਤਰਾ ਚੱਲਦੀ ਪਈ ਹੈ ਤੇ ਉਸ ਯਾਤਰਾ ਦੇ ਕਾਫਲੇ ਦੇ ਵਿੱਚ ਕਾਂਗਰਸੀ ਕਾਰਕੁਨ ਆਪਸ ਵਿੱਚ ਖਿੱਚੋਤਾਣ ਕਰੀ ਬੈਠੇ ਹੈ। ਕਈ ਵੱਡੇ ਚਿਹਰੇ ਆ ਜਿਹੜੇ ਉਹ ਕਾਂਗਰਸ ਨੂੰ ਛੱਡ ਚੁੱਕੇ ਆ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਜੇ ਰਿਪੋਰਟ ਦੇਖੀ ਜਾਵੇ ਤੇ ਹੁਣ ਕਾਂਗਰਸ ਦਾ ਗੋਲ ਕੀ ਹੈ ਤੇ ਕਾਂਗਰਸ ਕਿਹੜੀ ਗੇਮ 'ਚ ਫਸੀ ਹੈ? ਸਵਾਲ ਇਹੀ ਹੈ ਤੇ ਇਸੇ ਸਵਾਲ ਤੇ ਚਰਚਾ ਹੋਵੇਗੀ। ਬਹੁਤ ਹੀ ਖਾਸ ਮਹਿਮਾਨ ਸਾਡਾ ਮੌਜੂਦ ਹੋਣਗੇ ਤੇ ਵੱਡਾ ਸਵਾਲ ਇਹੀ ਪੁੱਛਾਂਗੇ, ਕਿਹੜੀ ਗੇਮ 'ਚ ਫਸੀ ਕਾਂਗਰਸ? ਪਹਿਲਾਂ ਤੁਹਾਡੇ ਨਾਲ ਪੁਆਇੰਟਰ ਸ਼ੇਅਰ ਕਰ ਦਈਏ ਫਟਾਫਟ ਤੇ ਉਸ ਤੋਂ ਬਾਅਦ ਇਸੇ ਮੁੱਦੇ ਤੇ ਗੱਲਬਾਤ ਕਰਾਂਗੇ। ਪੁਆਇੰਟਰ ਜਿਹੜੇ ਹੈਗੇ ਕਾਂਗਰਸ ਸੰਕਟ ਤੁਹਾਡੇ ਸਾਹਮਣੇ ਪਿਆ। ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਦੀ ਹੋਣ ਤੇ ਇਸ ਵਕਤ ਬਹਿਸ ਜਿਹੜੀ ਹੋਈ ਹੈ ਕਿ ਵਿਰੋਧੀ ਧਿਰ ਦੇਸ਼ ਵਿੱਚ ਰਹੂਗੀ ਕਿ ਨਹੀਂ ਰਹੂਗੀ। ਸਵਾਲ ਇਹੀ ਹੈ। ਕੌਮੀ ਸਿਆਸਤ ਤੋਂ ਸੂਬਾਈ ਪੱਧਰ ਤੱਕ ਕਾਂਗਰਸ ਲਗਾਤਾਰ ਘਟਦੀ ਜਾ ਰਹੀ ਹੈ, ਸਿਮਟਦੀ ਜਾ ਰਹੀ ਹੈ, ਹਾਸ਼ੀਏ ਤੇ ਜਾ ਰਹੀ ਹੈ ਤੇ ਇਸੇ ਸਵਾਲਾਂ ਦੇ ਵਿਚਾਲੇ ਕੁਝ ਮਹੀਨਿਆਂ ਵਿੱਚ ਨਾਮੀ ਚਿਹਰਿਆਂ ਨੇ ਕਾਂਗਰਸ ਦਾ ਹੱਥ ਛੱਡਿਆ। ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਜ਼ਿਕਰ ਵੀ ਹੋ ਸਕਦਾ, ਗੁਲਾਮ ਨਬੀ ਆਜ਼ਾਦ ਦਾ ਵੀ ਜ਼ਿਕਰ ਹੋ ਸਕਦਾ, ਹੋਰ ਬਹੁਤ ਵੱਡੇ ਨਾਮ ਹੈਗੇ ਜਿਨ੍ਹਾਂ ਦਾ ਜ਼ਿਕਰ ਹੋ ਸਕਦਾ ਤੇ ਉਹਨਾਂ ਦਾ ਜ਼ਿਕਰ ਵੀ ਹੋ ਸਕਦਾ ਜਿਨ੍ਹਾਂ ਨੇ ਕੇਂਦਰ ਸਰਕਾਰ ਦੇ ਵਿੱਚ ਮੰਤਰੀ ਦੇ ਅਹੁਦੇ ਲੈ ਲਏ। ਰਾਜਸਥਾਨ ਦੇ ਕਲੇਸ਼ ਨੇ ਪਾਰਟੀ ਹਾਈਕਮਾਨ ਦਾ ਸੰਕਟ ਹੋਰ ਵਧਾ ਦਿੱਤਾ ਤੇ ਇਹ ਸੰਕਟ ਹੱਲ ਕਿਵੇਂ ਕੀਤਾ ਜਾਏਗਾ? ਇਹਦੀ ਲਿਖਤੀ ਰਿਪੋਰਟ ਪਹੁੰਚ ਚੁੱਕੀ ਹੈ ਤੇ ਲਿਖਤੀ ਰਿਪੋਰਟ ਤੋਂ ਬਾਅਦ ਕਾਰਵਾਈ ਕੀ ਹੋਊਗੀ? ਨਵੇਂ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਕਈ ਵੱਡੇ ਆਖੂਆਂ 'ਚ ਖਿੱਚੋਤਾਣ ਸਾਹਮਣੇ ਆ ਰਹੀ ਹੈ। ਰਾਹੁਲ ਗਾਂਧੀ ਨੂੰ ਪ੍ਰਧਾਨ ਬਣਾਉਣ ਲਈ ਪਾਰਟੀ ਦੇ ਵਿੱਚ ਪਹਿਲਾਂ ਵੀ ਵਿਚਾਰਾਂ ਹੁੰਦੀਆਂ ਸੀਗੀਆਂ ਕਿ ਪਾਰਟੀ ਪ੍ਰਧਾਨ ਬਣਾਉਣਾ ਚਾਹੀਦਾ ਰਾਹੁਲ ਗਾਂਧੀ ਨੂੰ। ਕਈ ਸੂਬਿਆਂ 'ਚ ਮਤੇ ਪੈ ਕੇ ਹੈ। ਸਮਝ ਨਹੀਂ ਆ ਰਹੀ ਗਾਂਧੀ ਪਰਿਵਾਰ ਤੋਂ ਬਾਹਰ ਕਾਂਗਰਸ ਦਾ ਕੋਈ ਵਜੂਦ ਹੈ ਜਾਂ ਨਹੀਂ ਹੈ, ਜਾਂ ਗਾਂਧੀ ਪਰਿਵਾਰ ਦੇ ਨਾਲ ਵਜੂਦ ਹੈਗਾ। ਸਵਾਲ ਇਹ ਵੀ ਹੈਗਾ ਤੇ ਹੁਣ ਸਮਝ ਨਹੀਂ ਆ ਰਿਹਾ ਪ੍ਰਧਾਨ ਬਣੂਗਾ ਕੌਣ ਤੇ ਚੋਣ ਵਿੱਚ ਅੱਗੇ ਕੌਣ ਆਊਗਾ। ਭਾਰਤ ਜੋੜੋ ਯਾਤਰਾ ਚੱਲਦੀ ਪਈ ਹੈ ਤੇ ਇਸ ਯਾਤਰਾ ਜ਼ਰੀਏ ਕਾਂਗਰਸ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਹੈ। ਵਿਰੋਧੀ ਕਹਿ ਰਿਹਾ ਭਾਰਤ ਜੋੜੋ ਯਾਤਰਾ ਨਹੀਂ ਹੈ ਕਿ ਕਾਂਗਰਸ ਜੋੜੋ ਯਾਤਰਾ ਹੈ, ਪਰ ਉਸ ਦੇ ਵਿਚਾਲੇ ਭਾਰਤ ਜੋੜੋ ਯਾਤਰਾ ਨੂੰ ਤੋੜਨਾ ਚਾਹੁੰਦੀ ਹੈ ਆਰਐਸਐਸ ਤੇ ਬੀਜੇਪੀ। ਇਹ ਰਾਹੁਲ ਗਾਂਧੀ ਵੱਡਾ ਹਮਲਾ ਕਰਦੇ ਨੇ, ਸਿਆਸੀ ਹਮਲਾ ਕਰਦੇ ਨੇ, ਪਰ ਕੀ ਆਪਦੇ ਸੰਕਟ ਨੂੰ ਦੂਜੀ ਧਿਰ ਤੇ ਛੱਡ ਕੇ ਕੀ ਇਹ ਸਮਝਦਾਰੀ ਹੈ? ਕੋਈ ਪੱਲਾ ਛੜਾਇਆ ਜਾ ਰਿਹਾ ਜਾਂ ਜ਼ਿੰਮੇਵਾਰੀ ਤੋਂ ਭੱਜਿਆ ਜਾ ਰਿਹਾ? ਇਹ ਵੀ ਸਵਾਲ ਹੋ ਰਿਹਾ ਹੈ ਤੇ ਬਹੁਤ ਹੀ ਖਾਸ ਮਹਿਮਾਨ ਸਾਡੇ ਨਾਲ ਇਸ ਵਕਤ ਮੌਜੂਦ ਹੈਗੇ ਆ। ਪ੍ਰੋਫੈਸਰ ਅਵਿਨਾਸ਼ ਸਿੰਘ, ਬਹੁਤ ਹੀ ਲੰਬਾ ਤਜਰਬਾ ਇਹਨਾਂ ਦਾ। ਇੱਕ ਨਿੱਜੀ ਅਖਬਾਰ ਦੇ ਵਿੱਚ, ਅੰਗਰੇਜ਼ੀ ਅਖਬਾਰ ਦੇ ਵਿੱਚ ਇਹਨਾਂ ਨੇ ਤਕਰੀਬਨ 2 ਦਹਾਕੇ ਲਗਾਏ ਆ। ਇਸ ਤੋਂ ਇਲਾਵਾ ਕਈ ਵੱਡੇ ਟੀਵੀ ਚੈਨਲਸ ਇਹਨਾਂ ਨੇ ਕੰਮ ਕੀਤਾ। ਇਹਨਾਂ ਦੇ ਸਿਖਾਏ ਹੋਏ ਵਿਦਿਆਰਥੀ ਆ ਜਿਹੜੇ ਪੱਤਰਕਾਰਤਾ ਦੇ ਵਿੱਚ ਉਹਨਾਂ ਨੇ ਬੜਾ ਨਾਮਣਾ ਖੱਟਿਆ ਤੇ ਇਹਨਾਂ ਦਾ ਲੰਬਾ ਤਜਰਬਾ। ਤੇ ਪ੍ਰੋਫੈਸਰ ਅਵਿਨਾਸ਼ ਸਿੰਘ ਜਦੋਂ ਬੋਲਦੇ ਆ ਤੇ ਲਿਖਦੇ ਆ ਤੇ ਉਦੋਂ ਇਹਨਾਂ ਦੀ ਆਵਾਜ਼ ਦੂਰ ਤੱਕ ਸੁਣਦੀ ਹੈ ਤੇ ਇਹਨਾਂ ਦੀ ਲਿਖਤ ਹੈ ਜਿਹੜੀ ਦੂਰ ਤੱਕ ਪੜ੍ਹੀ ਜਾਂਦੀ ਹੈ। ਇਹ ਗੇਮ ਨੂੰ ਚੰਗੀ ਤਰ੍ਹਾਂ ਸਮਝਦੇ, ਇਸੇ ਕਰਕੇ ਗੇਮ ਵਾਲਾ ਸਵਾਲ ਇਹਨਾਂ ਕੋਲ ਹੈ ਕਿਉਂਕਿ ਸਪੋਰਟਸ ਨੂੰ ਬਹੁਤ ਬਿਹਤਰੀਨ ਤਰੀਕੇ ਨਾਲ ਸਮਝਦੇ ਤੇ ਲੈਂਸ ਇਹਨਾਂ ਦਾ ਕਮਾਲ ਦਾ। ਤੇ ਜਦੋਂ ਪ੍ਰੋਫੈਸਰ ਅਵਿਨਾਸ਼ ਸਿੰਘ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਉਦੋਂ ਸਭ ਸਮਝ ਆ ਜਾਊਗਾ ਕਾਂਗਰਸ ਦਾ ਪੰਜਾ ਮੁੱਠੀ ਬੰਦ ਹੋਣ ਤੇ ਮਜ਼ਬੂਤ ਹੁੰਦਾ ਜਾਂ ਨਹੀਂ ਹੁੰਦਾ। ਪ੍ਰੋਫੈਸਰ ਅਵਿਨਾਸ਼ ਸਿੰਘ ਸਰ, ਬਹੁਤ ਸਵਾਗਤ ਹੈ ਸਰ ਤੁਹਾਡਾ। ਬਹੁਤ ਸ਼ੁਕਰੀਆ ਜੀ ਤੁਹਾਡਾ ਤੇ ਸਰੋਤਿਆਂ ਦਾ। ਅਸੀਂ ਖੈਰ ਮਕਦਮ ਕਰਦੇ ਹਾਂ। ਚਲੋ ਪ੍ਰੋਫੈਸਰ ਅਵਿਨਾਸ਼ ਸਿੰਘ ਸਰ, ਸਿੱਧਾ ਸਵਾਲ ਹੈ ਸਰ। ਦੇਸ਼ ਦੀ ਸਭ ਤੋਂ ਪੁਰਾਣੀ ਧਿਰ ਹੈ ਕਾਂਗਰਸ ਤੇ ਇਸ ਵਕਤ ਕਾਂਗਰਸ ਤੇ ਕੋਈ ਡਿਬੇਟ ਕਰਨ ਨੂੰ ਤਿਆਰ ਨਹੀਂ ਹੈਗਾ ਪ੍ਰੋਫੈਸਰ ਅਵਿਨਾਸ਼ ਸਿੰਘ। ਤੋ ਅਸੀਂ ਹਾਸੇ ਨਾਲ ਕਹਿ ਸਕਦੇ ਹਾਂ ਇਸ ਲਈ ਤੁਸੀਂ ਮੈਨੂੰ ਪੜਿਆ ਬਈ ਕੋਈ ਹੋਰ ਅਵੇਲੇਬਲ ਨਹੀਂ। ਗੱਲ ਇਸ ਤਰ੍ਹਾਂ ਵੀ ਕਾਂਗਰਸ ਦਾ ਇਤਿਹਾਸ ਜੇ ਆਪਾਂ ਸ਼ੁਰੂ ਤੋਂ ਲੈ ਲਈਏ ਜੀ, ਜੇ ਤੁਸੀਂ 1920 ਦੀ ਗੱਲ ਕਰ ਲਈਏ, ਜੇ 1929 ਦੀ ਗੱਲ ਕਰ ਲਈਏ, ਜਦੋਂ ਪ੍ਰੈਜ਼ੀਡੈਂਟ ਚੁਣਨਾ ਹੁੰਦਾ ਸੀ ਉਦੋਂ ਵੀ ਕਾਂਗਰਸ ਦੇ ਵਿੱਚ ਪ੍ਰੋਬਲਮ ਹੁੰਦੀ ਸੀ। ਅਸੀਂ ਸਿੱਧਾ ਆਜ਼ਾਦੀ ਤੋਂ ਬਾਅਦ ਦੀ ਗੱਲ ਕਰ ਲੈਂਦੇ ਜੀ। ਆਜ਼ਾਦੀ ਵੇਲੇ ਕਾਂਗਰਸ ਦਾ ਕੀ ਸੀ? ਇੱਕ ਪਾਸੇ ਨਹਿਰੂ ਦਾ ਪਲੜਾ ਸੀ, ਜਵਾਹਰ ਲਾਲ ਨਹਿਰੂ ਦਾ, ਪੰਡਤ ਜਵਾਹਰ ਲਾਲ ਨਹਿਰੂ ਦਾ, ਦੂਸਰੇ ਪਾਸੇ ਸਰਦਾਰ ਪਟੇਲ ਦਾ ਸੀ ਤੇ ਤੀਸਰੇ ਪਾਸੇ ਇੱਕ ਹੋਰ ਸੀ ਬਈ ਅੰਬੇਦਕਰ ਸਾਹਿਬ ਤੇ ਉਹਨਾਂ ਦੇ ਜਿਹੜੇ ਕੋਈ 30 ਤੋਂ 34 ਬੰਦੇ ਇਹੋ ਜਿਹੇ ਸੀ ਕਿ ਜਿਹੜਾ ਆਪਣਾ ਇੱਕ ਪ੍ਰੈਸ਼ਰ ਗਰੁੱਪ ਸੀ। ਜੇ ਅਸੀਂ ਕਹਿੰਦੇ ਵੀ ਸੰਵਿਧਾਨ ਉਹਨਾਂ ਨੇ ਲਿਖਿਆ ਪਰ ਉਹਦੇ ਨਾਲ ਇੱਕ ਪ੍ਰੈਸ਼ਰ ਗਰੁੱਪ ਨਾਲ ਚੱਲਿਆ। ਸਰਦਾਰ ਪਟੇਲ ਉਹਨਾਂ ਨੇ 1951-52 ਦੇ ਵਿੱਚ ਪੀਡੀ ਟੰਡਨ ਨੂੰ, ਪੁਰਸ਼ੋਤਮ ਦਾ ਟੰਡਨ ਨੂੰ ਕਾਂਗਰਸ ਦਾ ਪ੍ਰਧਾਨ ਲਿਆਂਦਾ। ਥੋੜੀ ਦੇਰ ਬਾਅਦ ਹੀ ਪ੍ਰੋਬਲਮ ਸ਼ੁਰੂ ਹੋ ਗਈ ਜਦੋਂ ਨਹਿਰੂ ਸਾਹਿਬ ਨੇ ਉਹਨਾਂ ਨੂੰ ਹਟਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ। ਉਸ ਤੋਂ ਬਾਅਦ ਫਿਰ ਪੰਜਾਬ ਦੇ ਵਿੱਚ ਪ੍ਰਤਾਪ ਸਿੰਘ ਖਹਿਰੋਂ, ਕਿਉਂਕਿ ਪਹਿਲੇ ਮਾਸਟਰ ਤਾਰਾ ਸਿੰਘ ਨਾਲ ਚੱਲਦੇ ਸੀ,
ਪ੍ਰਤਾਪ ਸਿੰਘ ਕੈਰੋ ਨੂੰ ਪ੍ਰੌਪ ਅਪ ਕੀਤਾ ਗਿਆ। ਜਿਸ ਵੇਲੇ ਨਹਿਰੂ ਜੀ ਦੀ ਡੈਥ ਹੁੰਦੀ ਹੈ, ਸਭ ਤੋਂ ਪਹਿਲਾਂ ਅਸੀਂ ਲਾਲ ਬਹਾਦਰ ਸ਼ਾਸਤਰੀ ਸਾਹਿਬ ਨੂੰ ਲਿਆਏ ਜੀ ਕਿ ਉਹਨਾਂ ਦੀ ਐਕਸੀਡੈਂਸੀ ਬੜੀ ਸਮੂਥ ਸੀ। ਫੈਕਟ ਇਹ ਹੈ ਕਿ ਬਾਹਰੋਂ ਤਾਂ ਸਮੂਥ ਸੀ ਲੇਕਿਨ ਅੰਦਰੋਂ ਬਹੁਤ ਕਲੀਅਰ ਸੀ। ਨੋ ਡਾਊਟ 18 ਮਹੀਨੇ ਬਾਅਦ ਉਹ ਇੱਕ ਜਿੱਤ ਤੋਂ ਬਾਅਦ ਇੰਡੀਆ ਦੇ ਬਾਹਰਲੇ ਕਿਸੇ ਮੁਲਕ ਦੇ ਵਿੱਚ ਉਹ ਚਾਲੇ ਪਾ ਜਾਂਦੇ ਹੈ। ਅਸੀਂ ਕਹਿੰਦੇ ਵੀ ਹਾਰਟ ਅਟੈਕ ਨਾਲ ਚਲੇ ਗਏ। ਉਸ ਤੋਂ ਬਾਅਦ ਇੰਦਰਾ ਗਾਂਧੀ ਪਾਵਰ 'ਚ ਆਉਂਦੇ ਹੈ। ਜੇ ਤੁਹਾਨੂੰ ਯਾਦ ਹੋਵੇ ਤਾਂ ਸਿੰਡੀਕੇਟ ਬਣੀ ਸੀ ਜੀ, ਐਸ ਨਿਜਲਿੰਗੱਪਾ ਦੇ ਨਾਲ PV ਕਾਮਰਾਜ ਦੀ ਇੱਕ ਪਲਾਨ ਦਿੱਤੀ ਗਈ ਸੀ ਜਿਹਦੇ ਵਿੱਚ ਬਹੁਤ ਕੁਝ ਸੀ ਲੇਕਿਨ ਉਹਨੂੰ ਹਰਾਇਆ ਗਿਆ। ਉਸ ਤੋਂ ਬਾਅਦ ਫਿਰ 1978 ਦੇ ਵਿੱਚ ਦੁਬਾਰਾ ਕਾਂਗਰਸ ਦੋ ਫਾੜ ਹੋਈ। ਕੇ ਬ੍ਰਹਮਾਨੰਦ ਰੈਡੀ ਸੀ। ਕੇ ਬ੍ਰਹਮਾਨੰਦ ਰੈਡੀ ਦਾ ਮੈਨੂੰ ਯਾਦ ਹੈ ਬਈ ਉਸ ਵੇਲੇ ਕਾਂਗਰਸ ਆਈ ਦੀ ਹੋਂਦ ਲਿਆਂਦੀ ਗਈ। ਕਾਂਗਰਸ ਆਈ ਦੀ ਹੋਂਦ ਲਿਆਉਣ ਦੇ ਵਿੱਚ ਕੀ ਸੀ ਕਿ ਤੁਸੀਂ ਇੱਕ ਪ੍ਰੂਵ ਕਰਨਾ ਸੀ ਕਿ ਇੰਦਰਾ ਇਜ਼ ਕਾਂਗਰਸ, ਕਾਂਗਰਸ ਇਜ਼ ਇੰਡੀਆ, ਔਰ ਇਹ ਉਸ ਵੇਲੇ ਤੱਕ ਦਾ ਇਹ ਸੀ ਜੀ। ਇੰਦਰਾ ਇਜ਼ ਇੰਡੀਆ ਮਸ਼ਹੂਰ ਹੋਇਆ ਸੀ ਜੀ। ਲੇਕਿਨ ਉਸ ਤੋਂ ਬਾਅਦ ਉਸੇ ਵੇਲੇ ਉਹ ਪਹਿਲੀ ਡਿਫੀਟ ਜਿਹੜੀ ਹੈ ਜਦੋਂ ਜਨਤਾ ਪਾਰਟੀ ਪਾਵਰ ਦੇ ਵਿੱਚ ਆਈ ਫੋਲੋਇੰਗ ਦੀ ਐਮਰਜੈਂਸੀ, ਉਸ ਵੇਲੇ ਸਾਨੂੰ ਲੱਗਦਾ ਸੀ ਵੀ ਕਾਂਗਰਸ ਹੁਣ ਉੱਠੂਗੀ ਨਹੀਂ। ਲੇਕਿਨ 1980 ਦੇ ਵਿੱਚ ਕਾਂਗਰਸ ਦੀ ਸਵੀਪਿੰਗ ਜਿਹੜੀ ਹੈ ਉਹ ਜਿੱਤ ਸੀ। ਲੇਕਿਨ ਉਸ ਤੋਂ ਬਾਅਦ ਵੀ ਜੇ ਅਸੀਂ ਸਿਰਫ ਕਿਸੇ ਸਟੇਟ ਦੀ ਗੱਲ ਕਰ ਲਓ, ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਦਰਬਾਰਾ ਸਿੰਘ ਤੇ ਗਿਆਨੀ ਜ਼ੈਲ ਸਿੰਘ ਚੱਲਦਾ ਸੀ। ਜੇ ਉਸ ਤੋਂ ਬਾਅਦ ਦੇਖ ਲਈਏ ਜਿੰਨੀ ਕੁ ਵਾਰੀ ਜਿੱਥੇ ਵੀ ਅੱਜ ਤੁਸੀਂ ਕਾਫੀ ਸਾਰੇ ਨਾਂ ਲਿੱਤੇ ਹੈ, ਮੈਂ ਸ਼ਰਦ ਪਵਾਰ ਦਾ ਨਾਂ ਇਸ ਲਈ ਲੈਣਾ ਚਾਹਾਂਗਾ ਬਈ ਕਾਂਗਰਸ ਅੱਜ ਜਿਹੜੀ ਹਾਲਾਤ ਵਿੱਚ ਹੈ, ਪਹਿਲੇ ਯੂਪੀ ਦੇ ਵਿੱਚ ਕੀ ਹੋਇਆ ਜਦੋਂ ਇਹ ਯੂਪੀ ਤੋਂ ਹਾਰਨ ਲੱਗੇ ਆਫਟਰ ਵੀਪੀ ਸਿੰਘ ਵੱਖਰਾ ਹੋਇਆ, ਪ੍ਰਧਾਨ ਮੰਤਰੀ ਵੀ ਬਣਿਆ, ਲੇਕਿਨ ਤੁਸੀਂ ਉਸ ਤੋਂ ਬਾਅਦ ਯੂਪੀ ਜਿੱਤਣਾ ਬਿਲਕੁਲ ਬੰਦ ਕਰ ਦਿੱਤਾ ਜੀ। ਜੇ ਤੁਸੀਂ ਬੰਗਾਲ ਦੀ ਗੱਲ ਕਰ ਲਓ ਤਾਂ ਸਿਧਾਰਥ ਸ਼ੰਕਰ ਰੇ ਤੋਂ ਬਾਅਦ ਕੋਈ ਕਾਂਗਰਸ ਦਾ ਜਿਹੜਾ ਹੈ ਉਹ ਚੀਫ ਮਿਨਿਸਟਰ ਨਹੀਂ ਬਣਿਆ। 33 ਸਾਲ ਤੱਕ ਜਿਹੜੇ ਹੈ CPIM ਜਿਹੜਾ ਹੈ ਉਹ ਬਿਲਕੁਲ ਕਾਬਜ਼ ਰਿਹਾ। ਲੇਕਿਨ ਦੀਦੀ ਨੂੰ ਇੱਕ ਪਾਸੇ ਪਵਾਰ ਸਾਹਿਬ ਗਏ, ਇੱਕ ਪਾਸੇ ਜਿਹੜੀ ਹੈ ਦੀਦੀ ਗਈ, ਤੀਜੇ ਪਾਸੇ ਜਿਨ੍ਹਾਂ ਦਾ ਅਸੀਂ ਜ਼ਿਕਰ ਨਹੀਂ ਕਰਦੇ ਲੇਕਿਨ ਇਸ ਵੇਲੇ ਤਾਕਤ ਇੰਡੀਆ ਦੇ ਸਪੀਕਰ ਹੁੰਦੇ ਸੀ ਸੰਗਮਾ, ਪੀਏ ਸੰਗਮਾ ਦੇ ਦੋ ਬੇਟੇ ਇਸ ਵੇਲੇ ਮੇਘਾਲਿਆ ਦੇ ਵਿੱਚ ਸਰਕਾਰ ਚਲਾ ਰਹੇ ਹੈ ਵਿਦ ਦੀ ਹੈਲਪ ਆਫ BJP। ਕੌਨਰੈਡ ਸੰਗਮਾ ਔਰ ਉਹਨਾਂ ਦੇ ਜਿਹੜੇ ਬ੍ਰਦਰ ਨੇ, ਇਹ ਦੋਨੋਂ, ਉਹ ਹੋਮ ਮਿਨਿਸਟਰ ਹੈ, ਦੂਸਰਾ ਚੀਫ ਮਿਨਿਸਟਰ ਹੈ, ਸਰਕਾਰ ਚੱਲ ਰਹੀ ਹੈ। ਇਹ ਸਾਰੀਆਂ ਚੀਜ਼ਾਂ ਗੋਆ ਦੇ ਵਿੱਚ ਬਹੁਤ ਵਾਰੀ ਹਾਰੇ। ਇਸੇ ਤਰ੍ਹਾਂ ਮਹਾਰਾਸ਼ਟਰ ਦੇ ਵਿੱਚ ਜਿੱਥੇ ਜਿੱਥੇ ਕਾਂਗਰਸ had no business to be losing in Karnataka and several other states। ਲੇਕਿਨ ਇਹ ਸਾਰਾ ਕੁਝ ਜਿਹੜਾ ਹੈ ਕਾਂਗਰਸ ਕਦੇ ਵੀ ਆਪਣੇ ਆਪ ਦੇ ਵਿੱਚ ਇੱਕ ਨਹੀਂ ਰਹੀ, ਚਾਹੇ ਸਟੇਟ ਦੀ ਗੱਲ ਕਰ ਲਓ ਚਾਹੇ ਨੈਸ਼ਨਲ ਲੈਵਲ। ਠੀਕ ਹੈ ਪ੍ਰੋਫੈਸਰ ਅਵਿਨਾਸ਼ ਸਿੰਘ, ਅੱਜ ਮੈਂ ਤੁਹਾਨੂੰ ਜ਼ਿਆਦਾ ਸੁਣਨਾ, ਮੈਂ ਤੁਹਾਨੂੰ ਘੱਟ ਰੋਕੂੰਗਾ, ਪਰ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ। ਪ੍ਰੋਫੈਸਰ ਅਵਿਨਾਸ਼ ਸਿੰਘ ਹਰਾਂ ਨੇ ਇੱਕ ਇਸ਼ਾਰਾ ਕੀਤਾ ਕਿ ਕਾਂਗਰਸ ਹਮੇਸ਼ਾ ਟੁੱਟਦੀ ਭੱਜਦੀ ਰਹੀ ਹੈ, ਪਰ ਨਾਲ ਇੱਕ ਇਸ਼ਾਰਾ ਇਹ ਵੀ ਕਰ ਗਿਆ ਕਿ ਬਾਉਂਸ ਬੈਕ ਵੀ ਕਰਦੀ ਰਹੀ ਹੈ। ਹੁਣ ਬਾਉਂਸ ਬੈਕ ਹੋਵੇਗਾ ਕਿ ਨਹੀਂ ਹੋਵੇਗਾ, ਸਵਾਲ ਇਹ ਹੈ, ਤੇ ਵਾਪਸ ਆ ਕੇ ਪੁੱਛੂੰਗਾ ਜ਼ਰੂਰ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਤੇ ਪ੍ਰੋਫੈਸਰ ਅਵਿਨਾਸ਼ ਸਿੰਘ ਸੀਨੀਅਰ ਜਰਨਲਿਸਟ ਸਾਡੇ ਨਾਲ ਮੌਜੂਦ ਹੈਗੇ। ਪ੍ਰੋਫੈਸਰ ਅਵਿਨਾਸ਼ ਸਿੰਘ ਸਰ, ਜਦੋਂ ਤੁਸੀਂ ਇਹ ਇਸ਼ਾਰਾ ਕਰਦੇ ਹੋ ਕਿ ਕਾਂਗਰਸ ਬਾਉਂਸ ਬੈਕ ਕਰਦੀ ਰਹੀ ਹੈ, ਜੋ ਤੁਸੀਂ ਇਹ ਕਹਿੰਦੇ ਹੋ ਕਿ ਕਾਂਗਰਸ ਬਹੁਤ ਧਿਰਾਂ ਦੀ ਜਨਨੀ ਹੈ, ਇੱਥੋਂ ਪਾਰਟੀਆਂ ਬਹੁਤ ਨਿਕਲੀਆਂ ਤੇ ਉਹ ਵੱਖ-ਵੱਖ ਸੂਬਿਆਂ ਦੇ ਵਿੱਚ ਉਹਨਾਂ ਨੇ ਆਪਣੀ ਤਾਕ ਵੀ ਜਮਾਈ ਹੈ ਪ੍ਰੋਫੈਸਰ ਅਵਿਨਾਸ਼ ਸਿੰਘ, ਪਰ ਹੁਣ ਕਾਂਗਰਸ ਦਾ ਕਿਲਾ ਬਚਾਉਣ ਲਈ ਕਿਹੜੇ ਕਮਾਂਡਰ ਦੀ ਲੋੜ ਹੈ ਪ੍ਰੋਫੈਸਰ ਅਵਿਨਾਸ਼ ਸਿੰਘ? ਤੁਸੀਂ ਸਭ ਤੋਂ ਪਹਿਲਾਂ ਕਿਹਾ ਕਿ ਮੈਂ ਕੋਈ ਹਿੰਟ ਦਿੱਤਾ ਹੈ ਕਿ ਕਾਂਗਰਸ ਬਾਉਂਸ ਬੈਕ ਕਰ ਸਕਦੀ ਹੈ। ਮੈਂ ਇਹਨੂੰ ਨਹੀਂ ਮੰਨਦਾ। ਮੈਂ ਸਿਰਫ ਇੰਨਾ ਕਹਿਣਾ ਚਾਹ ਰਿਹਾ ਵੀ ਸਾਨੂੰ BJP ਦਾ ਜਿਹੜਾ ਇੱਕ ਮੁੱਦਾ ਹੈ
ਉਹ ਮੁੱਦਾ ਬੜਾ ਕਲੀਅਰ ਸੀ ਕਿ ਕਾਂਗਰਸ ਮੁਕਤ ਭਾਰਤ। ਇਸ ਵੇਲੇ ਹੁਣ ਕੀ ਹੋ ਰਿਹਾ, ਕਾਂਗਰਸ ਯੁਕਤ ਬੀਜੇਪੀ ਚੱਲ ਰਿਹਾ। ਹੌਲੀ ਹੌਲੀ ਕਾਂਗਰਸ ਚੋਂ ਬੰਦੇ ਨਿਕਲ ਕੇ ਤੁਸੀਂ ਬੀਜੇਪੀ ਚ ਲੈ ਰਹੇ ਹੋ, ਦੂਸਰੀ ਪਾਰਟੀਆਂ ਦੇ ਵਿੱਚ ਜਾ ਰਹੇ ਹੋ। ਜਿਹੜੇ ਕਾਂਗਰਸ ਕੋਲੋਂ ਟੁੱਟੇ ਸੀ, ਕਾਂਗਰਸ ਨੇ ਪਿਛਲੇ 20-25 ਸਾਲਾਂ ਦੇ ਵਿੱਚ ਸਭ ਕੁਝ ਕੀਤਾ ਹੋਏਗਾ ਆਪਣੇ ਟੁੱਟੇ ਹੋਏ ਪ੍ਰਸੰਨਾਥ ਸਿੰਘ, ਮੈਂ ਬਾਉਂਸ ਬੈਕ ਵਾਲਾ ਸ਼ਬਦ ਵਾਪਸ ਲੈ ਲਵਾਂ। ਮੈਂ ਕਹਾਂ ਕਿ ਕਾਂਗਰਸ ਬੈਕ ਬੀਜੇਪੀ, ਇਹ ਕਹਾਂ? ਇਸ ਵੇਲੇ ਇਹ ਹੈ ਜੀ ਕਿ ਹੁਣ ਤਾਂ ਜਿਹੜਾ ਪ੍ਰੈਜ਼ੈਂਟ ਕ੍ਰਾਈਸਿਸ ਹੈ, ਔਰ ਜਿਹੜਾ ਦੇਖੋ ਛੋਟੀ ਜੀ ਇੱਕ ਗੱਲ ਹੈ ਕਿ G23 ਜਿਹੜੇ ਬਾਹਰ ਬੈਠੇ ਨੇ ਉਹ ਕਾਂਗਰਸ ਦੇ ਅੰਦਰ ਵੀ ਨੇ। ਮੈਂ ਚਾਹੁੰਦਾ ਸੀ ਵੀ ਕੀ ਤੁਹਾਡੇ ਕੋਲ ਇੱਕ ਵੀ ਬੰਦਾ ਇਹੋ ਜਿਹਾ ਨਹੀਂ ਹੈ ਕਿ ਜਿਹੜਾ ਕਾਂਗਰਸ ਇਸ ਵਾਰੀ ਤੁਸੀਂ ਨਹਿਰੂ ਗਾਂਧੀ ਪਰਿਵਾਰ ਨਾਲ ਚੱਲਦੇ ਹੋ, ਜੇ ਉਹਨੂੰ ਤੋੜ ਕੇ ਇੱਕ ਵਾਰੀ ਤਾਂ ਨਵੀਂ ਬਣਾ ਕੇ ਕੋਈ ਤਾਂ ਉੱਠੇ, ਕਿਤੇ ਤਾਂ ਖੜਾ ਹੋਣ ਵਾਲਾ ਕੋਈ ਨੌਜਵਾਨ ਹੋਵੇ, ਕੋਈ ਇੱਕ ਬੰਦਾ ਬਹੁਤ ਵਧੀਆ ਅੰਗਰੇਜ਼ੀ ਬੋਲਦਾ, ਹੁਣ ਪ੍ਰੈਜ਼ੀਡੈਂਟ ਬਣਨਾ ਚਾਹੁੰਦੇ ਹੈ। ਕਿਸੇ ਵੇਲੇ ਵੀ ਕਿਸੇ ਦੇ ਦਿਮਾਗ 'ਚ ਨਹੀਂ ਆਇਆ। ਐਡੇ ਐਡੇ ਕਾਂਗਰਸ ਦੇ ਵਿੱਚ ਤੁਰਮ ਖਾਨ ਬੈਠੇ ਨੇ, ਲੇਕਿਨ ਸਭ ਨੂੰ ਇੱਕੋ ਖਦਸ਼ਾ ਰਹਿੰਦਾ ਕਿ ਕੀ ਜੇ ਸਾਨੂੰ ਸਪੋਰਟ ਨਾ ਮਿਲੀ। ਨਾਟ ਫॉर ਨਥਿੰਗ ਇਸ ਵੇਲੇ ਗੁਲਾਮ ਨਬੀ ਆਜ਼ਾਦ ਸਾਹਿਬ ਫਾਈਨਲੀ ਜਿਹੜਾ ਹੈ ਹਾਏ ਤੌਬਾ ਕਰਦੇ ਹੋਏ ਬਾਹਰ ਚਲੇ ਗਏ, ਕਿਉਂਕਿ ਉਹਨਾਂ ਨੂੰ ਪਤਾ ਸੀ ਇੱਥੋਂ ਕੋਈ ਉੱਠਣ ਵਾਲਾ ਨਹੀਂ, ਜੇ ਮੈਂ ਉੱਠਦਾ ਤਾਂ ਮੈਨੂੰ ਸਪੋਰਟ ਨਹੀਂ ਮਿਲਣੀ। ਇਸੇ ਤਰ੍ਹਾਂ ਤੁਹਾਡੀ ਜਿਹੜੀ ਸਾਥੀ ਪਾਰਟੀਆਂ ਵੀ ਸੀ ਉਹ ਵੀ ਨਾਲ ਮਿਲਣ ਨੂੰ ਤਿਆਰ ਨਹੀਂ। ਅੱਜ ਜੇ ਅਸੀਂ ਆਪੋਜੀਸ਼ਨ ਮਹਾਗਠਬੰਧਨ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਵੀ ਉਹ ਜੇ ਹਰਿਆਣਾ ਦੇ ਵਿੱਚ ਰੈਲੀ ਕਰਦੇ ਹੈ ਤਾਂ ਮਾਈਨਸ ਕਾਂਗਰਸ ਹੁੰਦੀ ਹੈ, ਕਾਂਗਰਸ ਨੂੰ ਇਨਵਾਈਟ ਵੀ ਨਹੀਂ ਭੇਜਿਆ ਜਾਂਦਾ। ਕਾਂਗਰਸ 'ਚ ਸਭ ਤੋਂ ਪਹਿਲਾਂ ਜਿਹੜੀ ਜ਼ਰੂਰਤ ਹੈ ਨਾ, ਮੈਂ ਬਾਉਂਸ ਬੈਕ ਦੀ ਗੱਲ ਬਾਅਦ 'ਚ ਕਰਾਂਗਾ, ਮੈਂ ਸਿਰਫ ਇੰਨਾ ਕਹਿਣਾ ਚਾਹੁੰਦਾ, ਕਾਂਗਰਸ 'ਚ ਬੜੇ ਵੱਡੇ ਪੱਧਰ ਤੇ ਸਵੈ ਅਧਿਐਨ ਦੀ ਲੋੜ ਹੈ। ਸਵਾਧਿਆਏ ਤੋਂ ਬਾਅਦ ਦੂਸਰਾ ਮੈਂ ਕਹਿਣਾ ਵੀ ਜੇ ਹੁਣ ਤੁਸੀਂ ਇੱਕ ਬੜੀ ਵਧੀਆ ਕੰਮ ਕਰ ਰਹੇ ਸੀ, ਇੱਕ ਪਾਸੇ ਤਾਂ ਤੁਹਾਡੀ ਰਾਹੁਲ ਗਾਂਧੀ ਸਾਹਿਬ ਭਾਰਤ ਜੋੜੋ ਦੀ ਮੁਹਿੰਮ ਚਲਾ ਰਹੇ ਹੈ, ਅਸੀਂ ਯਾਤਰਾ ਕਰ ਰਹੇ, ਪੈਦਲ ਯਾਤਰਾ ਕਰ ਰਹੇ, ਉਹਦੇ ਨਾਲ ਨਾਲ ਤੁਸੀਂ ਇਹ ਦੇਖੋ ਕਿ ਇਹ ਦੁਬਾਰਾ ਇੱਕ ਤਰੀਕਾ ਨਹੀਂ ਸੀ ਰਾਹੁਲ ਗਾਂਧੀ ਨੂੰ ਲਿਆਉਣ ਦਾ। ਦੂਜੇ ਪਾਸੇ ਤੁਸੀਂ ਆਪਣੇ ਉਹੋ ਜਿਹੇ ਬੰਦੇ ਖੜੇ ਕਰ ਰਹੇ ਸੀ, ਕਿਉਂਕਿ ਤੁਹਾਨੂੰ ਇਹ ਪਤਾ ਸੀ ਕੇਰਲਾ ਤੋਂ ਬੰਦਾ ਇੱਕ ਤਿਆਰ ਹੋ ਰਿਹਾ, ਜੇ ਉਹ ਆ ਗਿਆ ਤਾਂ ਸਾਨੂੰ ਕਿਤੇ ਦਿੱਕਤ ਨਾ ਹੋ ਜੇ। ਇਹ ਅੰਦਰੋਂ ਖਾਨੇ ਹਜੇ ਵੀ ਮੈਂ ਤੁਹਾਨੂੰ ਦੱਸਦਾ, ਜਿਹੜੀ ਚੀਜ਼ਾਂ ਅਸੀਂ ਸਾਨੂੰ ਸਤਹ ਤੇ ਨਹੀਂ ਦਿਖਦੀਆਂ ਨਾ, ਉਹ ਸਾਡੇ ਲਈ ਖਬਰ ਨਹੀਂ ਹੁੰਦੀ। ਹਜੇ ਵੀ ਸ਼ਰਾਰਤ ਇਸ ਲਈ ਹੋ ਸਕਦੀ ਹੈ ਕਿਉਂਕਿ ਤੁਹਾਡੇ ਕੋਲ ਇੱਕ ਬਹੁਤ ਜ਼ਿਆਦਾ ਬੜੇ ਸਾਲਾਂ ਤੋਂ 1971 ਤੋਂ ਲੈ ਕੇ ਜਦੋਂ ਅਸ਼ੋਕ ਗਹਿਲੋਤ ਸਾਹਿਬ ਨੇ ਕੰਮ ਕੀਤਾ ਇੰਡੋ ਬੰਗਲਾਦੇਸ਼ ਵਾਰ ਵੇਲੇ, ਬੰਗਲਾਦੇਸ਼ ਲਿਬਰੇਸ਼ਨ ਵਾਰ ਵੇਲੇ, ਉੱਥੇ ਜਾ ਕੇ ਜਿਹੜੇ ਹੈ ਸ਼ਰਨਾਰਥੀਆਂ ਦੇ ਕੈਂਪ ਦੇ ਵਿੱਚ ਕੰਮ ਕੀਤਾ। ਇਹ ਇੰਦਰਾ ਗਾਂਧੀ ਦੀ ਨਜ਼ਰ 'ਚ ਆਏ। 84 ਦੇ ਵਿੱਚ ਪਹਿਲੀ ਵਾਰੀ ਇਹਨਾਂ ਨੂੰ ਮਿਨਿਸਟਰ ਬਣਾਇਆ ਗਿਆ। ਇਹੋ ਜਿਹਾ ਕੰਮ ਹੁੰਦਾ ਸੀ, ਮੈਂ ਤੁਹਾਨੂੰ ਦੱਸਦਾ ਕਿ ਇਹ ਇੱਕ ਵਾਰੀ ਸਪੋਰਟਸ ਮਿਨਿਸਟਰ ਬਣੇ ਤੇ ਸਾਡਾ ਰਾਬਤਾ ਇਹਨਾਂ ਨਾਲ ਨੇੜੇ ਦਾ ਸੀ। ਸਿਵਲ ਐਵੀਏਸ਼ਨ ਦੇ ਮਿਨਿਸਟਰ ਫॉर ਸਟੇਟਸ ਬਣੇ। ਇੱਕੋ ਹੀ ਗੱਲ ਕਹਿੰਦੇ ਹੁੰਦੇ ਸੀ, ਜਦੋਂ ਕੁਝ ਉਹਨਾਂ ਨੂੰ ਕਰ ਦਿਓ ਮੈਂ ਇਸकी ਤਹਿਕੀਕਾਤ ਕਰਵਾ ਦੂੰਗਾ। ਉਸ ਵੇਲੇ 2-3 ਲਫ਼ਜ਼ ਹੀ ਆਉਂਦੇ ਹੁੰਦੇ ਸੀ, ਬਟ ਫੈਕਟ ਇਹ ਹੈ ਕਿ ਕਾਂਗਰਸ ਲਾਇਲਿਸਟ ਸੀ। ਇਸ ਵੇਲੇ ਇਹਨਾਂ ਨੇ ਸੋਚਿਆ ਸੀ ਇਹਨਾਂ ਨੂੰ ਖੜਾ ਕਰੋ, ਜੇ ਸਾਨੂੰ ਡਮੀ ਚਾਹੀਦਾ ਤਾਂ ਸਾਡੇ ਕੋਲ ਮਿਲ ਜਾਏਗਾ, ਤੇ ਜੇ ਡਮੀ ਨਹੀਂ ਚਾਹੀਦਾ ਤੇ ਫਿਰ ਇਸ ਤਰ੍ਹਾਂ ਵੀ ਲਾਸਟ ਮਿੰਟ ਤੇ ਇਹਨਾਂ ਨੂੰ ਹਟਾ ਕੇ ਤੁਸੀਂ ਰਾਹੁਲ ਗਾਂਧੀ ਨੂੰ, ਇਹਨੂੰ ਚੁੱਪਚਾਪ ਬੈਠ ਕੇ ਰਾਹੁਲ ਗਾਂਧੀ ਨੂੰ ਲੈ ਆਓ। ਲੇਕਿਨ ਬਹੁਤ ਦੇਰ ਤੋਂ ਤੁਸੀਂ ਰਾਜਸਥਾਨ ਦੇ ਵਿੱਚ ਸਚਿਨ ਪਾਇਲਟ ਨਾਲ ਪ੍ਰੋਮਿਸਿਸ ਕਰ ਰਹੇ ਸੀ। ਜੁਲਾਈ 2020 ਦੇ ਵਿੱਚ ਰਿਬੈਲੀਅਨ ਉੱਠਿਆ ਸੀ, ਸਚਿਨ ਦੇ ਨਾਲ ਕੋਈ 20 MLA ਸੀ, ਅੱਜ ਵੀ 18-20 ਨੇ, ਲੇਕਿਨ ਉਹਨੂੰ ਪ੍ਰੋਮਿਸ ਕੀਤਾ ਗਿਆ ਸੀ ਕਿ ਤੈਨੂੰ ਪ੍ਰੋਪਰ, ਉਸ ਵੇਲੇ ਡਿਪਟੀ ਚੀਫ ਮਿਨਿਸਟਰ ਸੀ, ਪ੍ਰੋਮਿਸ ਕੀ ਕੀਤਾ ਗਿਆ ਕਿ ਆਫਟਰ ਸਮ ਟਾਈਮ ਯੂ ਵਿਲ ਬੀ ਹੈਡਿੰਗ ਦ ਸਟੇਟ
ਜਿਹੜੇ ਦੂਸਰੇ ਨੇ ਅਸ਼ੋਕ ਗਹਿਲੋਤ ਸਾਹਿਬ ਨੂੰ ਅਸੀਂ ਸੈਂਟਰ 'ਚ ਲਿਆਵਾਂਗੇ। ਉਸੇ ਦੀ ਪਲਾਨ ਤੇ ਇਹ ਸੀ ਵੀ ਉਹਨਾਂ ਨੂੰ ਪਾਰਟੀ ਪ੍ਰੈਜ਼ੀਡੈਂਟ ਲਈ ਲਿਆਂਦਾ ਜਾਵੇ। ਲਾਸਟ ਮਿੰਟ ਤੇ ਹੋਇਆ ਕੀ ਜੀ, ਇਹ ਹੁਣ ਅਸ਼ੋਕ ਗਹਿਲੋਤ ਦੀ ਸ਼ਰਾਰਤ ਕਹਿ ਲਓ, ਤੁਹਾਡੀ ਮਰਜ਼ੀ ਹੈ, ਲੇਕਿਨ ਜਿਹੜੇ 82 ਤੋਂ 90 MLA ਨਾਲ ਤੁਰੇ, ਜਿਹੜੇ CP ਜੋਸ਼ੀ ਦਾ ਨਾਂ ਲੈਂਦੇ ਆ ਸਪੀਕਰ ਦਾ, ਉਹਨਾਂ ਦਾ ਇੱਕ ਕਾਰਨ ਸੀ ਕਾਲੇ ਚੋਰ ਨੂੰ ਬਣਾ ਦਿਓ, ਲੇਕਿਨ ਅਸੀਂ ਸਚਿਨ ਪਾਇਲਟ ਨੂੰ ਨਹੀਂ ਬਣਾਉਣਾ। ਪ੍ਰਸਵਨਾਥ ਸਿੰਘ ਇੱਥੇ ਥੋੜਾ ਜਿਹਾ ਮੈਂ ਐਡ ਆਨ ਕਰਨਾ ਚਾਹੁੰਦਾ। ਜਦੋਂ ਰਾਜਸਥਾਨ ਦੇ ਵਿੱਚ ਅਸੀਂ ਪਾਇਲਟ ਦੀ ਗੱਲ ਕਰਦੇ ਹਾਂ, ਪਾਇਲਟ ਨਾਲ ਤਾਂ ਇਸ ਵਕਤ 10 ਵਿਧਾਇਕ ਤੁਰਨ ਨੂੰ ਵੀ ਤਿਆਰ ਨਹੀਂ ਹੈਗੇ। ਜਿਹੜੇ ਤੁਸੀਂ ਕਹਿੰਦੇ ਹੋ ਕਿ ਪ੍ਰੋਮਿਸਿਸ ਹੋਏ ਆ ਪਾਇਲਟ ਹਰਾਂ ਨਾਲ, ਉਹ ਪ੍ਰੋਮਿਸਿਸ ਫੁੱਲਫਿਲ ਕਿਵੇਂ ਹੋਣਗੇ? ਤੁਹਾਨੂੰ ਮੈਜੋਰਟੀ ਵੀ ਦਿਖਾਉਣੀ ਪਊਗੀ ਨਾ। ਜੋ ਤੁਸੀਂ ਉੱਚ ਅਹੁਦਿਆਂ ਤੇ ਪਹੁੰਚੇ ਹੋ, ਉਦੋਂ ਗਹਿਲੋਤ ਨੇ ਤੁਹਾਨੂੰ ਇਹੋ ਜਿਹੀ ਪਟਕਣੀ ਮਾਰੀ, ਤੁਹਾਨੂੰ ਸਮਝ ਨਹੀਂ ਆਇਆ ਜਾਣਾ ਕਿੱਧਰ ਹੈ। ਦੇਖੋ, ਗਹਿਲੋਤ ਦੀ ਜਿਹੜੀ ਪਟਕਣੀ ਹੈ ਨਾ, ਹਜੇ ਵੀ ਉਸਨੇ, ਗਹਿਲੋਤ ਕਾਂਗਰਸ ਦੇ ਵਿੱਚ ਇੱਕ ਕ੍ਰਾਈਸਿਸ ਮੈਨ ਰਿਹਾ, ਜਿਹੜਾ ਹਮੇਸ਼ਾ ਜਿਹੜੀ ਫਾਇਰ ਫਾਈਟਿੰਗ ਸੀ ਗਹਿਲੋਤ ਤੋਂ ਕਰਵਾਈ ਗਈ, ਬੜੇ ਸਾਲਾਂ ਤੋਂ ਲਾਇਲਿਸਟ ਮੰਨਿਆ ਜਾਂਦਾ। ਹੁਣ ਪਟਕਣੀ ਗਹਿਲੋਤ ਦੀ ਹੈ, ਜਾਂ ਬੜੀ ਸਿੱਧੀ ਜੀ ਗੱਲ ਹੈ ਕਿ ਐਂਟੀ ਸਚਿਨ ਪਾਇਲਟ ਲੌਬੀ ਜਿਹੜੀ ਹੈ ਉਹ ਕੰਮ ਕਰ ਰਹੀ ਹੈ। ਬਟ ਫੈਕਟ ਬਹੁਤ ਸਿੱਧਾ ਹੈ ਕਿ ਉਹ ਕਹਿੰਦੇ ਕਿਸ ਨੂੰ ਬਣਾ ਲਓ, ਜਿਹਨੂੰ ਮਰਜ਼ੀ ਚੀਫ ਮਿਨਿਸਟਰ ਲੈ ਆਓ, ਲੇਕਿਨ ਉਹ ਜਿਹੜਾ ਹੈ ਗਹਿਲੋਤ ਦਾ ਨੇੜੇ ਵਾਲਾ ਹੋਣਾ ਚਾਹੀਦਾ ਹੈ, ਔਰ ਅਸੀਂ ਇਸ ਨੂੰ ਨਹੀਂ ਬਣਨ ਦੇਣਾ। ਨਹੀਂ ਪ੍ਰਸਵਨਾਥ, ਮੈਂ ਪਾਇਲਟ ਹਰਾਂ ਦੇ ਨਾਲ ਮੈਂ ਸਿੰਧੀਆ ਪਰਿਵਾਰ ਨੂੰ ਵੀ ਜੋੜਨਾ ਚਾਹੁੰਦਾ। ਇਹ ਪਾਇਲਟ ਤੇ ਸਿੰਧੀਆ ਪਰਿਵਾਰ ਜਿਹੜਾ ਕ੍ਰਾਈਸਿਸ ਹੈ, ਉਹ ਕਾਂਗਰਸ ਸਾਂਭ ਕਿਉਂ ਨਹੀਂ ਸਕੀ? ਇਹੀ ਮੇਰਾ ਸਵਾਲ ਸੀ। ਜਿਸ ਵੇਲੇ ਸਿੰਧੀਆ ਨੇ ਮੱਧ ਪ੍ਰਦੇਸ਼ ਦੇ ਵਿੱਚ ਰਿਬੈਲੀਅਨ ਕੀਤਾ, ਕਮਲਨਾਥ ਆਪਣੇ ਆਪ ਨੂੰ ਬੜੇ ਵੱਡੇ ਘੁਲਾਟੀਏ ਕਹਿੰਦੇ ਨੇ, ਲੇਕਿਨ ਹੋਇਆ ਕਿ ਤੁਸੀਂ ਨਹੀਂ ਸੰਭਾਲ ਸਕੇ। ਉਹਨਾਂ ਨੂੰ ਸਭ ਦੇ ਸਾਹਮਣੇ ਬੀਜੇਪੀ ਕੱਢ ਕੇ ਲੈ ਗਈ। ਲੋਕਾਂ ਨੂੰ ਇਹ ਲੱਗਦਾ ਸੀ ਬਾਹਰ ਬਿਠਾਊਗੀ, ਬੀਜੇਪੀ ਨੇ ਉਹਨਾਂ ਨੂੰ ਰਿਵਾਰਡ ਵੀ ਕਰ ਦਿੱਤਾ। ਸੇਮ ਆਫਰ ਸਚਿਨ ਪਾਇਲਟ ਨਾਲ ਸੀ, ਲੇਕਿਨ ਉਸ ਵੇਲੇ ਰਾਹੁਲ ਗਾਂਧੀ ਪਲੱਸ ਸੋਨੀਆ ਗਾਂਧੀ ਨੇ ਕਿਸੇ ਤਰ੍ਹਾਂ ਸਚਿਨ ਨੂੰ ਮਨਾਇਆ, ਇਹ ਕਹਿ ਕੇ ਵੀ ਤੁਹਾਨੂੰ ਪਾਵਰ ਦਿੱਤੀ ਜਾਏਗੀ। ਥੋੜਾ ਐਡ ਆਨ ਕਰ ਲਓ ਤਾਂ ਮੈਨੂੰ ਪ੍ਰਸਵਨਾਥ ਸਿੰਘ, ਮੈਨੂੰ ਇਉਂ ਲੱਗਦਾ ਕਿ ਸਿੰਧੀਆ ਪਰਿਵਾਰ ਤੇ ਪਾਇਲਟ ਪਰਿਵਾਰ ਕਿਤੇ ਰਾਹੁਲ ਗਾਂਧੀ ਲਈ ਚੈਲੰਜ ਤਾਂ ਨਹੀਂ ਬਣ ਰਹੇ ਸੀਗੇ? ਦੇਖੋ, ਬਹੁਤ ਵਾਰੀ ਕਿਹਾ ਜਾਂਦਾ ਹੈ ਵੀ ਦੋਨਾਂ ਦੀ ਜਿਹੜੀ ਡੈਥ ਹੈ ਉਹ ਨੈਚੁਰਲ ਨਹੀਂ ਹੈ। ਇੱਕ ਦਾ ਪਲੇਨ ਐਕਸੀਡੈਂਟ ਸੀ, ਤੇ ਰਾਜੇਸ਼ ਪਾਇਲਟ ਸਾਹਿਬ ਦਾ ਜਿਹੜਾ ਸੀ ਉਹ ਜੀਪ ਦਾ ਐਕਸੀਡੈਂਟ ਸੀ, ਜਦੋਂ ਉਹ ਜੀਪ ਆਪ ਚਲਾ ਰਹੇ ਸੀ। ਇਹ ਸਾਰੀਆਂ ਚੀਜ਼ਾਂ ਅਸੀਂ ਡਿਸਕਸ ਕਰ ਸਕਦੇ ਹਾਂ, ਬਟ ਇੱਕ ਚੀਜ਼ ਹੈ, ਯੈਸ, ਮੰਨਿਆ ਜਾਂਦਾ ਸੀ ਕਿ ਮਾਧਵ ਰਾਓ ਸਿੰਧੀਆ ਜਿਹੜੇ ਹਨ, ਉਹ ਐਟ ਵਨ ਟਾਈਮ ਹੀ ਵਾਸ ਬਿਲੀਵਡ ਕਿ ਹੀ ਕੁਡ ਬੀ ਦੀ ਨੈਕਸਟ ਪ੍ਰਾਈਮ ਮਿਨਿਸਟੀਰੀਅਲ ਕੈਂਡੀਡੇਟ, ਐਂਡ ਹੀ ਡਾਈਡ ਇਨ ਐਨ 에ਅਰ ਕ੍ਰੈਸ਼। ਉਸ ਤੋਂ ਬਾਅਦ ਬਹੁਤ ਸਿੱਧਾ ਸੀ ਕਿ ਜਿਹੜਾ ਜੋਤਿਰਾਦਿੱਤਿਆ ਸਿੰਧੀਆ ਸੀ, ਉਹਨੂੰ ਸੰਭਾਲ ਕੇ ਰੱਖਣਾ ਕਾਂਗਰਸ ਦਾ ਕੰਮ ਸੀ, ਉਹਨੂੰ ਖੁਸ਼ ਰੱਖਣਾ ਵੀ ਕਾਂਗਰਸ ਦਾ ਕੰਮ ਸੀ। ਜੇ ਕਮਲਨਾਥ ਸੀ ਉਸ ਵੇਲੇ ਵੀ, ਤੁਸੀਂ ਸਾਡੇ ਇੱਕੋ ਹੀ ਦਿੱਕਤ ਹੈ ਕਿ ਸਟੇਟਸ ਦੇ ਵਿੱਚ ਜਿੱਥੇ ਕਿਤੇ ਡਿਵੀਜ਼ਨ ਹੋਇਆ, ਜਿਹੜੀ ਹਾਈ ਕਮਾਂਡ ਹੈ ਉਹ ਕਦੇ ਵੀ ਸਟਰੋਂਗ ਨਹੀਂ ਰਹੀ। ਵੀ ਇੱਕ ਵਾਰੀ ਤੁਸੀਂ ਪੰਜਾਬ ਦੇ ਵਿੱਚ 3 ਧਿਰਾਂ ਨੂੰ ਕਹਿ ਦਿਓ ਭਾਈ ਅੱਜ ਤੋਂ ਬਾਅਦ ਲੜਨਾ ਨਹੀਂ, ਜੋ ਮਰਜ਼ੀ ਹੋ ਜੇ, ਐਦਾਂ ਨਹੀਂ ਹੋਇਆ। ਔਰ ਇਹੀ ਕਾਰਨ ਸੀ ਜੋਤਿਰਾਦਿੱਤਿਆ ਸਿੰਧੀਆ ਬਾਹਰ ਹੋਏ ਔਰ ਸਚਿਨ ਪਾਇਲਟ ਨੂੰ ਆਲਮੋਸਟ ਲੈ ਗਏ ਸੀ, ਉਹਨੂੰ ਬਚਾ ਲਿਆ ਗਿਆ, ਉਹਦਾ ਖਮਿਆਜਾ ਅੱਜ ਭੁਗਤਿਆ ਜਾ ਰਿਹਾ। ਚਲੋ ਇੱਕ ਛੋਟਾ ਬ੍ਰੇਕ ਲਵਾਂਗਾ ਪ੍ਰਸਵਨਾਥ, ਵਾਪਸ ਆਵਾਂਗੇ ਤੁਹਾਡੇ ਕੋਲੇ। ਇਹ ਵੀ ਮੰਨਿਆ ਜਾਂਦਾ ਹੈ ਕਿ ਕਾਂਗਰਸ ਖੁਦ ਧੜੇ ਤਾਂ ਨਹੀਂ ਖੜੇ ਕਰਦੀ ਗਈ, ਤੇ ਜਿਹੜੇ ਉਹ ਧੜੇ ਖੜੇ ਹੁੰਦੇ ਆ, ਉਦੋਂ ਬਾਅਦ ਹਾਈ ਕਮਾਨ ਇਸ ਤਰ੍ਹਾਂ ਦਾ ਰੋਲ ਪਲੇ ਕਰਦੀ ਹੈ ਕਿ ਅਸੀਂ ਇਹਨਾਂ ਨਾਲ ਵੀ ਹੈ, ਯੂਨਿਟੀ ਬਣਾਓ, ਪਰ ਉਸ ਤੋਂ ਬਾਅਦ ਅਸਰ ਨਹੀਂ ਹੁੰਦਾ। ਇਹ ਪਰਸੈਪਸ਼ਨ ਤਾਂ ਨਹੀਂ, ਜਾਂ ਇਹਦੇ ਵਿੱਚ ਕੋਈ ਸੱਚ ਹੈਗਾ, ਜਾਂ RSS ਤੇ BJP ਹੀ ਕਾਂਗਰਸ ਨੂੰ ਖਤਮ ਕਰ ਰਹੀ ਹੈ, ਕਾਂਗਰਸ ਆਪ ਨਹੀਂ ਖਤਮ ਹੋ ਰਹੀ? ਇਹ ਸਵਾਲ ਵੀ ਹੋਣਾ ਚਾਹੀਦਾ। ਵਾਪਸ ਆ ਕੇ ਦੋਨੋਂ ਸਵਾਲ ਹੋਣਗੇ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਪ੍ਰਸਵਨਾਥ ਸਿੰਘ ਸਰ, ਸਿੱਧਾ ਸਵਾਲ ਹੈ, ਕਾਂਗਰਸ ਬਾਰੇ ਮੰਨਿਆ ਜਾਂਦਾ ਹੈ ਕਿ ਕਾਂਗਰਸ ਅਲੱਗ-ਅਲੱਗ ਧੜੇ ਬਣਾ ਕੇ ਖੁਦ ਹੀ ਇਸ ਸੱਤਾ ਨੂੰ ਇਸ ਤਰੀਕੇ ਨਾਲ ਡਿਵਾਈਡ ਕਰਤੀ ਹੈ ਤਾਂ ਜੋ ਉਹਦਾ ਹੁਕਮ ਚੱਲਦਾ ਰਹੇ। ਤੁਸੀਂ ਇਸ ਗੱਲ ਨਾਲ ਇਤਫਾਕ ਰੱਖਦੇ ਹੋ, ਜਾਂ ਮਹਿਜ਼ ਇਹ ਇੱਕ ਪਰਸੈਪਸ਼ਨ ਬਿਲਡਿੰਗ ਕੀਤੀ ਗਈ ਹੈ?
मैं ਇਹਦੇ ਨਾਲ ਬਿਲਕੁਲ ਸਹਿਮਤ ਹਾਂ। ਐਗਜ਼ਾਮਪਲ ਤੁਸੀਂ ਜਿਹੜੀ ਸਟੇਟ ਦੇ ਵਿੱਚ ਹੱਥ ਲਾ ਲਓ, ਦੇ ਹੈਡ ਨੋ ਬਿਜ਼ਨਸ ਟੂ ਬੀ ਲੂਜ਼ਿੰਗ ਇਨ ਗੋਆ, ਬਹੁਤ ਵਾਰੀ। ਲੇਕਿਨ ਸਭ ਤੋਂ ਲੇਟੈਸਟ ਐਗਜ਼ਾਮਪਲ ਹੈ ਉੱਤਰਾਖੰਡ ਦੀ। ਉੱਤਰਾਖੰਡ ਦੇ ਵਿੱਚ ਬੀਜੇਪੀ ਦਾ ਕ੍ਰਾਈਸਿਸ ਸੀ ਕਿ ਤੁਸੀਂ 1 ਸਾਲ ਦੇ ਵਿੱਚ 3 ਚੀਫ ਮਿਨਿਸਟਰ ਬਦਲਦੇ ਹੋ, ਔਰ ਉਸ ਤੋਂ ਬਾਅਦ ਵੀ ਤੁਸੀਂ ਉਹੀ ਪਾਰਟੀ ਲਿਆ ਸਕਦੇ ਹੋ, ਔਰ ਜਿਹੜਾ ਕੈਂਡੀਡੇਟ ਸੀ ਚੀਫ ਮਿਨਿਸਟਰ ਦਾ ਜਾਂ ਚੀਫ ਮਿਨਿਸਟਰ ਸੀ ਉਹ ਬੁਰੀ ਤਰ੍ਹਾਂ ਹਾਰਿਆ ਜਾਂ ਹਰਵਾਇਆ ਗਿਆ, ਠੀਕ ਹੈ, ਉਹਨੂੰ ਵਾਪਸ ਲਿਆਂਦਾ। ਬਟ ਫੈਕਟ ਇਹ ਹੈ ਕਿ ਹਰੀਸ਼ ਰਾਵਤ ਨੂੰ ਪੰਜਾਬ ਦੇ ਵਿੱਚ ਬਿਜ਼ੀ ਰੱਖਿਆ ਗਿਆ, ਉਹਦੇ ਨਾਲ ਨਾਲ ਉਹਨੂੰ ਆਪਣੀ ਸਟੇਟ ਦੇ ਵਿੱਚ ਤਰਜੀਹ ਨਹੀਂ ਮਿਲੀ, ਉੱਥੇ ਵੀ ਧੜੇਬਾਜ਼ੀ ਸੀ। ਇਸ ਤੋਂ ਵਧੀਆ ਕੋਈ ਐਗਜ਼ਾਮਪਲ ਨਹੀਂ ਹੋ ਸਕਦੀ ਕਿ ਨਹੀਂ ਪ੍ਰਸੰਨਾਥ ਸਿੰਘ, ਹਰੀਸ਼ ਰਾਵਤ ਹਰੀ ਮੁੱਖ ਮੰਤਰੀ ਸੀਗੇ, ਉਸ ਦੇ ਬਾਵਜੂਦ ਜਿਹੜੇ 2 ਹਲਕਿਆਂ ਤੋਂ ਖੜਦੇ ਆ ਉੱਥੇ ਹਾਰ ਜਾਂਦੇ ਆ, ਉੱਥੇ ਕਾਂਗਰਸ ਕੀ ਕਰੇ ਫਿਰ? ਤੁਸੀਂ ਇਹਦਾ ਮਤਲਬ ਆਪਣੇ ਕੈਂਡੀਡੇਟ ਨੂੰ ਤੁਸੀਂ ਸਟਰੋਂਗ ਨਹੀਂ ਹੋਣ ਦਿੰਦੇ। ਜੇ 2 ਤੋਂ ਖੜੇ ਹੋਏ, ਪਹਿਲਾਂ ਮੈਂ ਕਹਾਂਗਾ ਗਲਤੀ ਹੈ, ਲੇਕਿਨ ਉਹ ਤਾਂ ਸਾਨੂੰ ਪੰਜਾਬ 'ਚ ਵੀ ਪਤਾ ਲੱਗਾ ਕਿ ਚੰਨੀ ਸਾਹਿਬ ਜਿੰਨੇ ਸਟਰੋਂਗ ਦਿਖਾਈ ਦਿੰਦੇ ਸੀ ਤੇ 2 ਥਾਂ ਤੋਂ ਖੜੇ ਹੋਏ, ਫਿਰ 2 ਥਾਂ ਤੋਂ ਹਾਰੇ। ਇਹ ਜਿਹੜਾ ਹੈ 2 ਮਿੰਟ ਸਿਰਫ ਪੰਜਾਬ ਦੀ ਇਸ ਲਈ ਐਗਜ਼ਾਮਪਲ ਲੈ ਲੈਂਦੇ ਹਾਂ। ਤੁਸੀਂ ਅਮਰਿੰਦਰ ਤੋਂ ਨਾ ਖੁਸ਼ ਸੀ ਜਾਂ ਤੁਹਾਨੂੰ ਕਿਸੇ ਨੇ ਕਹਿਤਾ ਵੀ ਸਿਰਫ ਤੁਹਾਨੂੰ ਨਵਜੋਤ ਸਿੰਘ ਸਿੱਧੂ ਜਿਤਾ ਸਕਦਾ, ਤੁਸੀਂ ਉਹਨੂੰ ਲੈ ਆਂਦਾ, ਪ੍ਰੈਜ਼ੀਡੈਂਟ ਬਣਾ ਦਿੱਤਾ, ਜਦੋਂ ਕਿ ਇਸੇ ਸਰਕਾਰ 'ਚ ਉਹ ਬਾਹਰ ਨਿਕਲ ਕੇ ਗਿਆ ਸੀ, ਬਣਾ ਦਿੱਤਾ। ਉਹਦੇ ਨਾਲ ਨਾਲ the way he was behaving as ਕਾਂਗਰਸ ਪ੍ਰੈਜ਼ੀਡੈਂਟ, ਔਰ ਜਿਸ ਦਿਨ ਅਮਰਿੰਦਰ ਨੂੰ ਪਤਾ ਲੱਗਾ ਬਈ ਭਾਈ ਮੈਂ ਜਾਣ ਵਾਲਾ, ਕਿਉਂਕਿ ਇਹਨਾਂ ਨੇ CLP ਦੀ ਮੀਟਿੰਗ ਬੁਲਾ ਲਈ ਆ ਔਰ ਮੈਨੂੰ ਨਹੀਂ ਪਤਾ, ਤੁਸੀਂ ਆਪ ਆਪਣੇ ਪੈਰ ਤੇ ਕੁਹਾੜੀ ਮਾਰੀ। ਔਰ ਉਸ ਤੋਂ ਬਾਅਦ ਇੱਕ ਕੇਅਰ ਟੇਕਰ ਗਵਰਨਮੈਂਟ ਜਾਂ ਟੈਂਪਰੇਰੀ ਗਵਰਨਮੈਂਟ, ਉਹਦਾ ਜੋ ਹਾਲ ਹੋਇਆ ਸਾਨੂੰ ਸਾਰਿਆਂ ਨੂੰ ਪਤਾ ਹੈ। ਉਹ ਵਾਅਦਾ ਲਾਲ ਸੀ, ਯੂਨੀਵਰਸਿਟੀ 'ਚ ਗਏ, ਉੱਥੇ ਵਾਅਦਾ ਕਰ ਆਏ, ਜਿੱਥੇ ਗਏ ਉੱਥੇ ਵਾਅਦਾ ਕਰ ਆਏ, ਕੀ ਉਹ ਵਾਅਦੇ ਕਿਤੇ ਪੂਰੇ ਹੋਏ? ਉਹ ਇੱਕ ਹਾਸੋਹੀਣੀ ਜੀ ਗੱਲ ਹੋ ਗਈ। ਲੇਕਿਨ ਇਹ ਹੈ ਵੀ ਤੁਸੀਂ ਅਮਰਿੰਦਰ ਨੂੰ ਰਿਪਲੇਸ ਕਰਨਾ ਸੀ, ਉਹਨੂੰ ਕੌਨਫੀਡੈਂਸ ਦੇ ਵਿੱਚ ਲੈ ਕੇ ਪ੍ਰੋਪਰਲੀ ਸਮੂਥ ਟ੍ਰਾਂਜੀਸ਼ਨ ਆਫ ਪਾਵਰ ਵਾਸ ਪੋਸੀਬਲ ਇਨ ਪੰਜਾਬ। ਜੇ ਤੁਸੀਂ, ਮੈਂ ਤੁਹਾਡੇ ਨਾਲ ਇੱਕ ਚੀਜ਼ ਦੇ ਸਹਿਮਤ ਹੁੰਦਾ ਇੱਕ ਗੱਲ ਇਹ ਕਹਿਣੀ ਚਾਹਾਂਗਾ, ਕਾਂਗਰਸ ਦੇ ਵਿੱਚ ਇੱਕ ਤਾਂ ਉਹ ਜਿਹੜੀ ਪਲੈਨਿੰਗ ਕਰਦੇ ਆ, ਉਹ ਪਲੈਨਿੰਗ ਸ਼ਾਇਦ ਆਪਣੇ ਆਪ ਨੂੰ ਬਚਾਉਣ ਲਈ ਹੁੰਦੀ ਹੈ, ਲੇਕਿਨ ਕਿਸੇ ਵੀ ਪਲੈਨਿੰਗ ਦੇ ਵਿੱਚ ਉਹਨਾਂ ਨੇ ਦੂਰ ਅੰਦੇਸ਼ੀ ਨਹੀਂ ਦਿਖਾਈ। ਨਹੀਂ ਤਾਂ ਹੁਣ ਤੱਕ ਮੈਂ ਇਹ ਕਹਿਣਾ, ਜਦੋਂ UP ਹਾਰਨ ਲੱਗੇ ਸੀ, ਅੱਜ ਤੱਕ ਕਾਂਗਰਸ ਨੇ ਜਿਹੜੇ ਇਹਨਾਂ ਕੋਲੋਂ ਟੁੱਟੇ ਸੀ ਉਹਨਾਂ ਨੂੰ ਵਾਪਸ ਜੋੜਨ ਦੀ ਕਦੇ ਮੁਹਿੰਮ ਨਹੀਂ ਕੀਤੀ। ਹੁਣ ਤਾਂ ਜਿਹੜਾ ਮਹਾਗਠਬੰਧਨ ਹੈ ਉਹਦੇ ਨਾਲ ਚਲੇ ਜਾਓ ਤੇ ਬਚਾ ਲਓ ਆਪਣੀ ਸਾਥ, ਤਾਂ ਵੀ ਪੋਸੀਬਲ ਨਹੀਂ। ਪ੍ਰਸੰਨਾਥ, ਜਿਵੇਂ BJP ਨੇ ਕੀਤਾ ਦੇਵੇਂਦਰ ਫੜਨਵੀਸ ਦੇ ਮਾਮਲੇ 'ਚ ਮਹਾਰਾਸ਼ਟਰ ਦੇ ਵਿੱਚ, ਕੀ ਉਸ ਮਾਮਲੇ 'ਚ ਕਾਂਗਰਸ ਕਦੇ ਇਹੋ ਜਿਹਾ ਸਟੈਪ ਲੈ ਸਕਦੀ ਹੈ? ਦੇਵੇਂਦਰ ਫੜਨਵੀਸ ਨਾਰਾਜ਼ ਹੈ, ਪੂਰੀ ਦੁਨੀਆ ਨੂੰ ਪਤਾ, ਉਸ ਦੇ ਬਾਵਜੂਦ ਉਹਨਾਂ ਦੀ ਕੌਮੀ ਲੀਡਰਸ਼ਿਪ ਉਹਨਾਂ ਨੂੰ ਮਨਾਉਂਦੀ ਹੈ ਤੇ ਡਿਪਟੀ ਲਾ ਦਿੰਦੀ ਹੈ। ਉਹ ਬੰਦਾ ਮੁੱਖ ਮੰਤਰੀ ਰਿਹਾ ਹੈ, ਉਸ ਤੋਂ ਬਾਅਦ ਇਹ ਪਾਰਟੀ ਦਾ ਡਿਸਿਪਲਿਨ ਦੱਸਦਾ ਜਾਂ ਡਿਕਟੇਟਰਸ਼ਿਪ ਹੈ? ਡਿਕਟੇਟਰਸ਼ਿਪ ਵੀ ਹੈ ਜੀ। ਇੱਕ ਬਹੁਤ ਸਿੱਧੀ ਜੀ ਗੱਲ ਹੈ ਕਿ ਤੁਹਾਡਾ ਹਾਈ ਕਮਾਂਡ ਸਟਰੋਂਗ ਹੈ, ਯੂ ਕੈਨ ਨਾਟ afford to go against high command। ਉਹਦੇ ਵਿੱਚ ਕੀ ਹੋ ਰਿਹਾ ਹੈ? ਦੇਵੇਂਦਰ ਫੜਨਵੀਸ ਵਰਗਾ ਬੰਦਾ ਜਿਨੇ ਕਿ ਨੱਕ ਵਿੱਚ ਦਮ ਕਰ ਰੱਖਿਆ ਸੀ ਸ਼ਿਵ ਸੈਨਾ ਦੇ, ਬੰਦਾ ਅੰਦਰੋਂ ਲਿਆ ਕੇ ਸ਼ਿਵ ਸੈਨਾ ਤੁੜਵਾਈ ਵੀ, ਉਹਨੂੰ ਆਪ ਕੁਰਸੀ ਤੇ ਬਿਠਾਇਆ। ਲੇਕਿਨ ਮੈਂ ਤੁਹਾਡੇ ਨਾਲ ਸਹਿਮਤ ਹਾਂ, ਸਾਰੀ ਦੁਨੀਆ ਨੂੰ ਪਤਾ ਹੈ ਕਿ ਦੇਵੇਂਦਰ ਫੜਨਵੀਸ ਕਿਤੇ ਵੀ ਸੈਟਿਸਫਾਈਡ ਨਹੀਂ ਹੋ ਸਕਦਾ ਐਜ਼ ਡੈਪਟੀ। ਔਰ ਤੁਸੀਂ ਇੱਕ ਮੈਂ ਉਹਨਾਂ ਦੇ, ਮੈਂ ਜੋ ਵੀ ਸ਼ਿੰਦੇ ਸਾਹਿਬ ਨੇ, ਲੇਕਿਨ ਇੱਕ ਜਿਹੜੇ ਬਹੁਤ ਥੋੜੇ ਸਾਲ ਪਹਿਲਾਂ ਤੱਕ ਆਟੋ ਡਰਾਈਵਰ ਸੀ, ਉਹਨਾਂ ਦੀ ਯੂਨੀਅਨ ਦੇ ਵਿੱਚ ਬਹੁਤ ਸੀ, ਉਹਨੂੰ ਤੁਸੀਂ ਲੀਡਰ ਬਣਾ ਕੇ ਸਾਹਮਣੇ ਲਿਆ ਕੇ ਚੀਫ ਮਿਨਿਸਟਰ ਬਣਾਇਆ ਗਿਆ। ਔਰ ਉਹ ਸਭ ਦੇ ਸਾਹਮਣੇ ਹੈ ਕਿ ਬੜੀ ਕੋਸ਼ਿਸ਼ ਹੋਈ, ਲੇਕਿਨ ਉਹ ਕੋਸ਼ਿਸ਼ ਕਾਮਯਾਬ ਨਹੀਂ ਹੋਈ। ਕਾਂਗਰਸ ਦੇ ਵਿੱਚ ਇੱਦਾਂ ਦਾ ਸਟੈਪ ਬੜਾ ਮੁਸ਼ਕਿਲ ਸੀ, ਕਿਉਂਕਿ ਬੰਦੇ ਕਹਿਣਾ ਮੰਨਣ ਨੂੰ ਤਿਆਰ ਹੀ ਹਨ ਹਾਈ ਕਮਾਂਡ ਦਾ।
ਪ੍ਰੋਫੈਸਰ ਅਵਿਨਾਸ਼ ਸਿੰਘ, ਕੀ ਸੰਘ ਤੇ ਬੀਜੇਪੀ ਤੇ ਤੁਸੀਂ ਇਲਜ਼ਾਮ ਲਾ ਦਿਓ ਵੀ ਉਹ ਸਾਡੀ ਕਾਂਗਰਸ ਨੂੰ ਤੋੜਨਾ ਚਾਹ ਰਹੇ ਆ, ਇਹ ਤੁਸੀਂ ਇਲਜ਼ਾਮ ਲਾ ਕੇ ਮਤਲਬ ਆਪਦੀ ਜ਼ਿੰਮੇਵਾਰੀ ਤੋਂ ਪਾਸੇ ਹੋ ਰਹੇ ਹੋ? ਤੁਸੀਂ ਆਪਦੇ ਆਪ ਨੂੰ ਹਾਂ ਬੋਲੋ। ਦੇਖੋ, ਉਹ ਤਾਂ ਆਪਣਾ ਕੰਮ ਜਿਹੜਾ ਹੈ ਆਲ ਓਵਰ ਇੰਡੀਆ ਲੱਗੇ ਹੋਏ ਨੇ, ਭਾਵੇਂ ਉਹ ਅਸਾਮ ਹੋਵੇ, ਭਾਵੇਂ ਉਹ ਬੰਗਾਲ ਹੋਵੇ, ਭਾਵੇਂ ਉਹ ਕਰਨਾਟਕਾ ਸੀਗਾ, ਭਾਵੇਂ ਮਹਾਰਾਸ਼ਟਰ ਹੋਵੇ। ਤੁਸੀਂ ਇਹ ਦੇਖ ਲਓ ਵੀ ਹਰ ਥਾਂ ਤੇ ਇਨਡਾਇਰੈਕਟਲੀ ਡਾਇਰੈਕਟਲੀ ਆਪਰੇਸ਼ਨ ਲੋਟਸ ਚੱਲਦਾ ਰਿਹਾ। ਸਾਨੂੰ ਸਾਰਿਆਂ ਨੂੰ ਪਤਾ। ਹੁਣ ਲੇਟੈਸਟ ਕੀ ਸੀ, ਗੋਆ ਦੇ ਵਿੱਚ ਹਮੇਸ਼ਾ ਬਰਾਬਰ ਰਹੇ। ਤੁਹਾਨੂੰ ਏਦਾਂ ਹੁੰਦਾ ਸੀ ਵੀ 12 ਜਾਂ 15 ਤੇ 1-2 ਇੱਧਰ ਉੱਧਰ ਦੇ ਮਿਲਾ ਕੇ ਸਰਕਾਰ ਬਣਦੀ ਹੁੰਦੀ ਸੀ। ਹੁਣ ਤੁਸੀਂ ਕੀ ਕੀਤਾ, ਪਾਵਰ ਚ ਹੁੰਦੇ ਹੋਏ ਵੀ ਤੁਸੀਂ ਕਾਂਗਰਸ ਦੀਆਂ ਲੱਤਾਂ ਵੱਡੀਆਂ ਔਰ ਇੰਨੇ ਕੁ ਬੰਦੇ ਲੈ ਗਏ ਕਿ ਹੁਣ ਉਹ 1/3 ਵਾਲਾ ਰੂਲ ਨਾ ਰਹੇ। ਉੱਥੇ ਵੀ ਸਭ ਦੇ ਸਾਹਮਣੇ ਹੈ। ਇਟ ਇਜ਼ ਵੈਰੀ ਕਲੀਅਰ ਕਿ ਕਾਂਗਰਸ ਦੇ ਬੰਦੇ, ਤੁਸੀਂ ਕਾਡਰ ਬੇਸ ਪਾਰਟੀ ਸੀ, ਅੱਜ ਤੁਸੀਂ ਬਹੁਤ ਕਲੀਅਰਲੀ ਜਿਹੜਾ ਹੈ ਉਹਨਾਂ ਦੇ ਬੰਦੇ ਲੈ ਕੇ ਆਪਣੀਆਂ ਸਰਕਾਰਾਂ ਬਣਾ ਰਹੇ ਹੋ। ਉਹਦੇ ਵਿੱਚ ਇੱਕੋ ਜਵਾਬ ਹੈ ਜਿਹੜਾ ਨਿਤੀਸ਼ ਕੁਮਾਰ ਨੇ ਇਸ ਵੇਲੇ ਦਿੱਤਾ, ਹੋਰ ਕੋਈ ਜਵਾਬ ਦੇਣ ਵਾਲਾ ਨਹੀਂ। ਕਿੰਨੀ ਕੁ ਪਲੈਨਿੰਗ ਇਸ ਵੇਲੇ ਬਿਹਾਰ ਲਈ ਚੱਲ ਰਹੀ ਹੋਏਗੀ, ਉਹ ਸਾਡੀ ਤੁਹਾਡੀ ਸੋਚ ਤੋਂ ਥੋੜੀ ਜਿਹੀ ਅੱਗੇ ਹੈ। ਪ੍ਰੋਫੈਸਰ ਅਵਿਨਾਸ਼ ਸਿੰਘ, ਆਪਾਂ ਇਹ ਮੰਨ ਲਈਏ ਕਿ ਕਾਂਗਰਸ ਇਸ ਗੱਲੋਂ ਤਾਂ ਸੈਟੀਸਫਾਈਡ ਹੋਊਗੀ ਵੀ ਸਾਰੇ ਕੰਪਨੀਆਂ ਜਿਹੜੇ CEO ਲੱਗੇ ਉਹ ਸਾਡੇ ਹੀ ਹੈ, ਸਾਡੀ ਪਾਰਟੀ 'ਚ ਗਏ ਹੈ। ਬਿਲਕੁਲ ਠੀਕ ਹੈ। ਕਾਂਗਰਸ ਕੈਨ ਬੀ ਵੈਰੀ ਹੈਪੀ, ਵੈਰੀ ਸੈਟਿਸਫਾਈਡ ਕਿ ਬੰਦੇ ਸਾਡੇ ਹੀ ਨੇ। ਕੀ ਹੋਇਆ ਜੇ ਦੂਸਰੀ ਪਾਰਟੀ ਹੇਮੰਤਾ ਬਿਸਵਾ ਸ਼ਰਮਾ 2014 ਤੱਕ ਕਾਂਗਰਸ ਦੇ ਵਿੱਚ ਸੀ, ਅਸਾਮ ਦੇ ਵਿੱਚ, ਉਹਨੂੰ ਬੀਜੇਪੀ 'ਚ ਲਿਆਂਦਾ ਗਿਆ। ਉਹਨੇ ਆਪਣਾ ਜਿਹੜਾ ਵੀ ਚੀਫ ਮਿਨਿਸਟਰ ਬਣਿਆ ਸੀ ਉਹਦੇ ਨੱਕ 'ਚ 5 ਸਾਲ ਦਮ ਕਰਕੇ ਰੱਖਿਆ। ਐਂਡ ਦਿਸ ਟਾਈਮ ਧੱਕੇ ਨਾਲ ਉਹਨੇ ਜਿਹੜਾ ਹੈ ਆਪਣੇ MLAs ਦੇ ਜ਼ੋਰ ਤੇ ਉਹਨੇ ਸਰਕਾਰ ਹਥਿਆਈ ਹੈ ਅਸਾਮ ਦੇ ਵਿੱਚ। ਔਰ ਜਿਹੜੇ ਪਹਿਲੇ ਚੀਫ ਮਿਨਿਸਟਰ ਹੈ ਉਹਨਾਂ ਨੂੰ ਦਿੱਲੀ ਭੇਜਿਆ ਗਿਆ, ਹੁਣ ਜਾ ਕੇ ਮਿਨਿਸਟਰ ਬਣਾਇਆ ਗਿਆ। ਚਲੋ ਆਖਰੀ ਹਿੱਸੇ ਵਿੱਚ ਆਵਾਂਗੇ ਪ੍ਰੋਫੈਸਰ ਅਵਿਨਾਸ਼, ਇੱਕ ਛੋਟਾ ਜਿਹਾ ਵਕਫਾ ਲਵਾਂਗੇ, ਵਕਫੇ ਤੋਂ ਵਾਪਸ ਆਵਾਂਗੇ। ਕਾਂਗਰਸ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਤਾਂ ਹੈ, ਪਰ ਮੁੱਖ ਵਿਰੋਧੀ ਧਿਰ ਵਜੋਂ ਜੇ ਕਾਂਗਰਸ ਦਾ ਖਾਤਮਾ ਹੁੰਦਾ ਜਾਂ ਕਾਂਗਰਸ ਬਾਉਂਸ ਬੈਕ ਨਹੀਂ ਕਰ ਪਾਉਂਦੀ ਤਾਂ ਇਹ ਡੈਮੋਕ੍ਰੇਸੀ ਦੇ ਲਈ, ਲੋਕਤੰਤਰ ਦੇ ਲਈ ਬਹੁਤ ਖਤਰਨਾਕ ਰੁਝਾਨ ਹੋਵੇਗਾ। ਪਰ ਜੇ ਕਾਂਗਰਸ ਦੀ ਕੋਈ ਰਿਪਲੇਸਮੈਂਟ ਆ ਰਹੀ ਹੈ, ਫਿਰ ਜੇ ਡੈਮੋਕ੍ਰੇਸੀ ਨੂੰ ਬਚਾਉਣ ਦੇ ਮਾਮਲੇ ਵਿੱਚ ਆਪੋਜੀਸ਼ਨ ਕੋਈ ਸਟਰੋਂਗ ਮਿਲਦੀ ਹੈ, ਫਿਰ ਬਦਲ ਹੋ ਸਕਦਾ ਹੈ। ਪਰ ਜੇ ਕਾਂਗਰਸ ਹਾਸ਼ੀਏ ਤੇ ਜਾ ਰਹੀ ਹੈ, ਇਹਦੇ ਵਿੱਚ ਕਸੂਰ ਕਿਸ ਦਾ ਹੈਗਾ? ਵਿਰੋਧੀ ਧਿਰਾਂ ਦਾ ਕਸੂਰ ਹੈ ਜਾਂ ਕਾਂਗਰਸ ਕਾਂਗਰਸ ਲੀਡਰਸ਼ਿਪ ਦਾ ਕਸੂਰ ਹੈ ਜਿਹੜੀ ਕਾਂਗਰਸ ਨੂੰ ਜੋੜ ਕੇ ਨਹੀਂ ਰੱਖ ਸਕੀ? ਹੁਣ ਭਾਰਤ ਜੋੜੋ ਯਾਤਰਾ ਕੱਢੀ ਜਾ ਰਹੀ, ਉਹਨਾਂ 'ਚ ਕਿਹਾ ਜਾ ਰਿਹਾ ਸੰਵਿਧਾਨ ਬਚਾਉਣਾ, ਲੋਕਤੰਤਰ ਬਚਾਉਣਾ, ਅਨਿਆਏ ਦੇ ਖਿਲਾਫ ਲੜਨਾ, ਪਰ ਕਾਂਗਰਸ ਖੁਦ ਕਿਸੇ ਨੂੰ ਨਿਆਂ ਦੇ ਰਹੀ ਹੈ? ਸਵਾਲ ਇਹ ਹੈ। ਵਾਪਸ ਆ ਰਿਹਾ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਕਿਹੜੀ ਗੇਮ 'ਚ ਫਸੀ ਹੈ ਕਾਂਗਰਸ? ਪ੍ਰੋਫੈਸਰ ਅਵਿਨਾਸ਼ ਸਿੰਘ ਅੰਦਰਲੀਆਂ ਗੱਲਾਂ ਸਾਨੂੰ ਦੱਸਦੇ ਪਏ, ਖੁਲਾਸੇ ਇਹੋ ਜਿਹੇ ਕਰਦੇ ਪਏ ਆ ਜਿਹੜੇ ਸ਼ਾਇਦ ਸਾਨੂੰ ਜ਼ਮੀਨ 'ਤੇ ਨਹੀਂ ਦਿਖਦੇ ਪਏਗੇ। ਪ੍ਰੋਫੈਸਰ ਅਵਿਨਾਸ਼ ਸਿੰਘ, ਜਦੋਂ ਬੀਜੇਪੀ ਡਾਇਰੈਕਟ ਅਟੈਕ ਕਰਦੀ ਹੈ, ਪ੍ਰਧਾਨ ਮੰਤਰੀ ਨੇ ਵੀ ਅਟੈਕ ਕੀਤਾ, ਤੁਹਾਨੂੰ ਯਾਦ ਹੋਊਗਾ 75ਵੇਂ ਜਦੋਂ ਸਮਾਗਮ ਕਰਾਏ ਸੀਗੇ ਸਾਰੇ ਆਜ਼ਾਦੀ ਸਮਾਗਮ, ਉਦੋਂ ਵੀ ਕਿਹਾ ਸੀ ਪਰਿਵਾਰਵਾਦ ਆ ਕਾਂਗਰਸ ਨੂੰ ਲੈ ਡੁੱਬਿਆ। ਜਦੋਂ ਪਰਿਵਾਰਵਾਦ ਦੀ ਗੱਲ ਆਉਂਦੀ ਹੈ ਤੇ ਕਾਂਗਰਸ ਇੱਕ ਕਾਊਂਟਰ ਕਰਦੀ ਹੈ ਪ੍ਰੋਫੈਸਰ ਅਵਿਨਾਸ਼ ਸਿੰਘ, ਉਹ ਕਹਿੰਦੀ ਹੈ ਕਿ ਅਸੀਂ ਆਪ ਪ੍ਰਧਾਨ ਮੰਤਰੀ ਨਹੀਂ ਬਣੇ, ਡਾਕਟਰ ਮਨਮੋਹਨ ਸਿੰਘ ਨੂੰ ਬਣਾਇਆ। ਹਾਲਾਂਕਿ ਇਹ ਸਵਾਲ ਆਪਣੇ ਵਿੱਚ ਬੜਾ ਪਚੀਦਾ, ਡਾਕਟਰ ਮਨਮੋਹਨ ਸਿੰਘ ਵਿੱਚ ਕਾਬਲੀਅਤ ਨਹੀਂ ਹੈਗੀ ਸੀ। ਗਿਆਨੀ ਜੈਲ ਸਿੰਘ ਨੂੰ ਕਹਿੰਦੇ ਅਸੀਂ ਰਾਸ਼ਟਰਪਤੀ ਦੇ ਅਹੁਦੇ ਤੱਕ ਪਹੁੰਚਾਇਆ। ਇਹ ਦੋ ਕੁ ਐਗਜ਼ਾਮਪਲ ਜਦੋਂ ਕਾਂਗਰਸ ਲੈ ਕੇ ਤੁਰਦੀ ਹੈ, ਉਦੋਂ ਐਂ ਲੱਗਦਾ ਕਿ ਪਰਿਵਾਰਵਾਦ ਦੀ ਤਾਂ ਗੱਲ ਹੀ ਨਹੀਂ ਹੈਗੀ ਕਾਂਗਰਸ, ਇਹ ਤਾਂ ਬਲਿਦਾਨ ਕਰਨ ਵਾਲੀ ਪਾਰਟੀ ਹੈ। ਅਵਿਨਾਸ਼ ਬਹੁਤ ਵੱਡਾ ਬਲਿਦਾਨ ਹੈ ਜੀ। ਜਦੋਂ ਗਿਆਨੀ ਜੈਲ ਸਿੰਘ ਨੂੰ ਪਹਿਲਾਂ ਹੋਮ ਮਿਨਿਸਟਰ ਤੇ ਬਾਅਦ ਚ ਪ੍ਰੈਜ਼ੀਡੈਂਟ ਆਫ ਇੰਡੀਆ ਬਣਾਇਆ ਗਿਆ, ਉਸ ਵੇਲੇ ਜਿੰਨੇ ਕਸੂਤੇ ਕੰਮ ਹੋਏ ਕਿ ਉਹਦੇ ਵਿੱਚ ਗਿਆਨੀ ਜ਼ੈਲ ਸਿੰਘ ਨੂੰ ਕੌਨਫੀਡੈਂਸ 'ਚ ਦਿੱਤਾ ਗਿਆ, ਜਾਂ ਉਹ ਇੱਕ ਸਟੇਟਮੈਂਟ ਦੇਣ ਨੂੰ ਤਿਆਰ ਸੀ ਕਿ ਮੈਂ ਤਾਂ ਇੰਦਰਾ ਗਾਂਧੀ ਦਾ ਝਾੜੂ ਬਰਦਾਰ ਹਾਂ, ਮੈਂ ਜੋ ਵੀ ਕੁਝ ਕਰ ਸਕਦਾ। ਕਿ ਆਪਰੇਸ਼ਨ ਬਲੂ ਸਟਾਰ ਦਾ ਉਹਨਾਂ ਨੂੰ ਇਲਮ ਦਿੱਤਾ ਗਿਆ ਸੀ? ਹੀ ਵਾਸ ਰਾਸ਼ਟਰਪਤੀ, ਪ੍ਰੈਜ਼ੀਡੈਂਟ ਆਫ ਇੰਡੀਆ ਹੋਣ ਦੇ ਨਾਲ ਜੇ ਦੇਸ਼ ਵਿੱਚ ਐਡੀ ਵੱਡੀ ਘਟਨਾ ਵਾਪਰ ਜਾਏ ਜਿਹਦਾ ਖਮਿਆਜ਼ਾ ਅਸੀਂ ਨਹੀਂ, ਕਾਂਗਰਸ ਭੁਗਤ ਰਹੀ ਹੈ, ਦੇਸ਼ ਭੁਗਤ ਰਿਹਾ ਹੈ, ਐਂਡ ਇਟ ਵਾਸ ਅਵੋਇਡੇਬਲ। ਸਾਰੀ ਦੁਨੀਆ ਨੂੰ ਪਤਾ ਹੈ ਕਿ ਭਿੰਡਰਾਂਵਾਲਾ ਕਿੱਥੋਂ ਸ਼ੁਰੂ ਹੋਏ ਸੀ
ਤੇ ਕਿਹਨਾਂ ਦੇ ਨਾਲ ਗਏ, ਕਦੋਂ ਹੱਥੋਂ ਨਿਕਲੇ। ਜੇ ਉਹ ਹੱਥੋਂ ਨਿਕਲੇ ਤਾਂ ਕਾਂਗਰਸ ਪਾਰਟੀ ਦੇ ਲੀਡਰ ਵਾਰੀ-ਵਾਰੀ ਹੱਥੋਂ ਨਿਕਲਦੇ ਆ, ਕਿਉਂਕਿ ਤੁਹਾਡੀ ਪਲੈਨਿੰਗ ਪ੍ਰੋਪਰ ਨਹੀਂ। ਤੁਸੀਂ ਲੜਵਾਉਂਦੇ ਹੋ, ਲੜਵਾਉਣ ਤੋਂ ਬਾਅਦ ਉਹਨਾਂ ਨੂੰ ਇਕੱਠੇ ਬਿਠਾ ਕੇ ਨਹੀਂ ਚਲਾ ਸਕਦੇ। ਸਭ ਤੋਂ ਵੱਡੀ ਐਗਜ਼ਾਮਪਲ ਸਾਡੇ ਕੋਲ ਪੰਜਾਬ ਦੀ ਹੈ ਕਿ ਤੁਸੀਂ ਐਡੀ ਕੁ ਮੈਜੋਰਿਟੀ ਨਾਲ ਸਰਕਾਰ ਤੁਹਾਡੀ ਆਈ ਹੋਵੇ, ਜਿੱਥੇ ਅਕਾਲੀਆਂ ਨੇ ਵੀ ਵੋਟ ਕਾਂਗਰਸ ਨੂੰ ਪਾਈ ਹੋਵੇ, ਤੇ ਉਹ ਸਰਕਾਰ ਨੂੰ ਤੁਸੀਂ ਆਪ ਜਿਹੜਾ ਹੈ ਉਹਦੀਆਂ ਲੱਤਾਂ ਵੱਡੀਆਂ। ਔਰ ਅੱਜ ਸਾਡੇ ਕੋਲ ਸਾਹਮਣੇ ਹੈ ਬਈ ਬੀਜੇਪੀ ਉੱਥੇ ਵੀ ਕਹਿੰਦੇ ਆਪਰੇਸ਼ਨ ਲੋਟਸ ਚੱਲ ਰਿਹਾ, ਲੇਕਿਨ ਫੈਕਟ ਇਹ ਹੈ ਕਿ ਬੀਜੇਪੀ ਨੇ ਜਿੰਨੇ ਕੁ ਮੋਤਬਰ ਪਗੜੀਆਂ ਵਾਲੇ ਔਰ ਦੂਸਰੇ ਨੇਤਾਵਾਂ ਨੂੰ ਪੰਜਾਬ 'ਚ ਇਕੱਠਾ ਕਰ ਰਿਹਾ ਹੈ, that is future planning। ਜੇ ਮੈਂ ਤੁਹਾਨੂੰ 1-2 ਮਿੰਟ ਲਈ ਪਿੱਛੇ ਲੈ ਜਾਣਾ, 1980 ਦੇ ਦਸ਼ਕ ਦੇ ਵਿੱਚ ਬੀਜੇਪੀ ਨੇ ਬਹੁਤ ਸਾਰੇ ਸੀਨੀਅਰ ਪੱਤਰਕਾਰਾਂ ਨੂੰ ਸਕਾਲਰਸ਼ਿਪਸ ਦੇ ਕੇ ਬਾਹਰ ਭੇਜਿਆ, ਜਿਹੜੇ ਬੰਦੇ ਲੈਫਟਿਸਟ ਸਨ। ਔਰ ਜਦੋਂ ਉਹ ਵਾਪਸ ਆਏ, ਉਹਨਾਂ ਨੂੰ ਥਿੰਕ ਟੈਂਕਸ ਦੇ ਥਰੂ ਤਿਆਰ ਕੀਤਾ ਗਿਆ। they became rightist, they all became journalist, they all were journalist turned politicians for BJP। ਇਹ ਸਾਰਾ ਉਹਨਾਂ ਕੋਲ ਉਸ ਵੇਲੇ ਵੀ ਥਿੰਕ ਟੈਂਕ ਸੀ, ਅੱਜ ਵੀ ਹੈ। ਕਾਂਗਰਸ ਦਾ ਥਿੰਕ ਟੈਂਕ ਤਾਂ G23 ਚ ਬੈਠਾ, ਲੇਕਿਨ ਉਹਨਾਂ ਚੋਂ ਵੀ ਕਿਸੇ ਨੇ ਹਿੰਮਤ ਨਹੀਂ ਦਿਖਾਈ ਕਿ ਅਸੀਂ ਖੜੇ ਹੋ ਕੇ ਇੱਕ ਰਿਵੋਲਟ ਕਰਕੇ ਪਾਰਟੀ ਨੂੰ ਰੀਫਰਬਿਸ਼ ਕਰ ਸਕੀਏ। ਪੋਸੀਬਲ ਸੀਗਾ, ਲੇਕਿਨ ਅਸੀਂ ਪਰਿਵਾਰਵਾਦ ਤੋਂ ਅੱਗੇ ਦੇਖ ਹੀ ਨਹੀਂ ਸਕਦੇ। ਸਾਨੂੰ ਲੱਗਦਾ, ਮੈਂ ਬਹੁਤ ਕਲੀਅਰਲੀ ਕਹਾਂਗਾ, ਨਰਸਿਮਹਾ ਰਾਓ ਦੀ ਗਵਰਨਮੈਂਟ ਨੂੰ ਭੁੱਲਣਾ ਨਹੀਂ ਚਾਹੀਦਾ। ਇੱਕ ਵਾਹਦ ਇਹੋ ਜਿਹੀ ਗਵਰਨਮੈਂਟ ਜਦੋਂ UN ਦੇ ਵਿੱਚ ਜਾਂ ਕਿਸੇ ਥਰਡ ਕੰਟਰੀ ਦੇ ਵਿੱਚ ਜਾਣਾ ਤੇ ਆਪੋਜੀਸ਼ਨ ਦੇ ਲੀਡਰ ਅਟਲ ਬਿਹਾਰੀ ਵਾਜਪਾਈ ਨੂੰ ਭੇਜਿਆ ਗਿਆ। ਅੱਜ ਕੀ ਅਸੀਂ ਇਸ ਤਰ੍ਹਾਂ ਦੀ ਐਗਜ਼ਾਮਪਲ ਦੇਖ ਸਕਦੇ ਹਾਂ, ਸੋਚ ਸਕਦੇ ਹਾਂ? ਆਨਸਰ ਇਜ਼ ਨੋ। ਹੁਣ ਤਾਂ ਪੋਲਿਟਿਕਸ ਇਸ ਵੇਲੇ ਉਹ ਹਿੰਦੂ ਮੁਸਲਿਮ ਵਾਲੀ ਰਹਿ ਗਈ। ਪੋਲਿਟਿਕਸ ਜਿਹੜੀ ਹੈ ਉਹ ਰੀਅਲ ਕੱਟ ਥਰੋਟ ਕੰਪੀਟੀਸ਼ਨ ਹੈ, ਜਿਹਦੇ ਵਿੱਚ ਕਾਂਗਰਸ ਨੂੰ KP ਸਿੰਘ ਜੀ ਇਹ ਨਹੀਂ ਸਮਝ ਆ ਰਿਹਾ ਵੀ ਅਸੀਂ ਪਲਾਨ ਕਿੱਥੇ ਕਰਨਾ ਹੈ, ਜਾਣਾ ਕਿੱਥੋਂ ਹੈ। ਤੁਸੀਂ ਸੱਜੇ ਦੇਖਦੇ ਹੋ ਤਾਂ ਖੱਬੀ ਬਾਹ ਚੋਂ ਕੁਝ ਨਿਕਲ ਜਾਂਦਾ, ਜਦੋਂ ਇਸ ਬਾਹ ਵੱਲ ਦੇਖਦੇ ਹੋ ਤਾਂ ਦੂਜੇ ਪਾਸੇ ਕੁਝ ਪੈਰਾਂ ਹੇਠੋਂ ਮਿੱਟੀ ਨਿਕਲ ਜਾਂਦੀ ਹੈ। ਉਹਨਾਂ ਨੂੰ ਤਾਂ ਸੰਭਲਣ ਦਾ ਮੌਕਾ ਨਹੀਂ ਮਿਲ ਰਿਹਾ। ਔਰ ਦੂਸਰੀ ਚੀਜ਼ ਹੈ ਪੂਅਰ ਪਲੈਨਿੰਗ। ਸਭ ਤੋਂ ਪਹਿਲਾਂ ਇਕੱਠੇ ਹੋ ਕੇ ਉਹਨਾਂ ਨੂੰ ਪਲਾਨ ਕਰਨ ਦੀ ਜ਼ਰੂਰਤ ਹੈ, ਪਰਿਵਾਰਵਾਦ ਤੋਂ ਉੱਠਣ ਦੀ ਜ਼ਰੂਰਤ ਹੈ। ਐਂਡ ਯੈਸ, ਪਾਰਟੀ ਬਾਉਂਸ ਬੈਕ ਸਿਰਫ ਤਾਂ ਹੀ ਕਰ ਸਕਦੀ ਹੈ ਕਿਉਂਕਿ ਦੇਸ਼ ਜਿਹੜਾ ਹੈ ਉਹਨੇ ਇੱਕ ਬੜੀ ਸਿੱਧੀ ਜਿਹੀ ਗੱਲ ਹੈ, ਮਹਿੰਗਾਈ ਦੀ ਮਾਰ ਦੇਖ ਲਈ। ਅਸੀਂ ਜਿਹੜੇ ਆਪਣੇ ਇਕਨੋਮਿਕ ਆંકੜੇ ਲੋਕਾਂ ਨੂੰ ਦਿਖਾ ਰਹੇ ਹਾਂ ਉਹ ਸੱਚੇ ਨਹੀਂ ਹਨ। ਸਾਨੂੰ ਉਹਦਾ ਬੈਨੀਫਿਟ ਮਿਲ ਸਕਦਾ ਪ੍ਰੋਵਾਈਡਡ, ਲੇਕਿਨ ਪਿਛਲੀ ਵਾਰ ਬੜਾ ਸਿੱਧਾ ਜਿਹਾ ਹੈ, ਅੱਜ ਤੱਕ ਕਿਸੇ ਨੇ ਗੱਲ ਨਹੀਂ ਕੀਤੀ। ਮੈਂ ਬਹੁਤ ਓਪਨਲੀ ਕਹਿਣਾ, ਡਿਨੋਮੀਨੇਸ਼ਨ ਵਾਜ਼ ਮੈਂਟ ਫॉर UP ਇਲੈਕਸ਼ਨਸ। ਜਿਸ ਵੇਲੇ ਤੁਸੀਂ ਜਿਹੜੀ ਹੈ ਮਾਇਆਵਤੀ ਦੀ ਪਾਰਟੀ ਨੂੰ, ਸਮਾਜਵਾਦੀ ਪਾਰਟੀ ਨੂੰ ਤੇ ਕਾਂਗਰਸ ਨੂੰ ਖੁੱਖ ਕਰਕੇ ਤੁਸੀਂ ਪੈਸੇ ਦੇ ਬਲ ਤੇ ਇਲੈਕਸ਼ਨ ਲੜੀ ਹੈ। ਮੈਂ ਜਿੱਥੇ ਰਹਿਣਾ ਉਹਦੇ ਸਾਹਮਣੇ ਇੱਕ ਖੋੜਾ ਪਿੰਡ ਹੈ, ਬਹੁਤ ਕਲੀਅਰਲੀ ਹੈ 5000 ਰੁਪਏ ਪਰ ਵੋਟ ਦੇ ਹਿਸਾਬ ਨਾਲ ਹੁੰਦਾ। ਅੱਜ ਵੀ ਉਹ ਚੱਲ ਰਿਹਾ, ਅਗਲੀ ਇਲੈਕਸ਼ਨ 'ਚ ਵੀ ਚੱਲ ਰਹੇਗਾ। ਉੱਥੇ ਕਾਂਗਰਸ ਜਾਂ ਹੋਰ ਪਾਰਟੀਆਂ ਕੀ ਕਰਨਗੀਆਂ? ਜਿੰਨੀ ਵਾਰ ਤੁਸੀਂ ਥਰਡ ਫਰੰਟ ਬਣਾਇਆ ਜਾਂ ਮਹਾਗਠਬੰਧਨ ਦੀ ਗੱਲ ਹੁੰਦੀ ਹੈ, BJP ਕੋਲ ਜਿਹੜੇ ਥਿੰਕ ਟੈਂਕਸ ਨੇ, ਜਿਹੜੇ RSS ਦੇ ਥਿੰਕ ਟੈਂਕਸ ਨੇ, ਅੱਜ ਕੱਲ ਤਾਂ ਰਾਸ਼ਟਰੀ ਸਿੱਖ ਸੰਗਤ ਦੇ ਵੀ ਥਿੰਕ ਟੈਂਕਸ ਬਣੇ ਹੋਏ ਨੇ। ਇਹ ਸਾਰੇ ਜਿਹੜੇ ਹੈ ਬੜੇ ਪ੍ਰੋਪਰ ਪਲੈਨਿੰਗ ਨਾਲ ਚੱਲ ਰਹੇ ਹੈ। ਉਹ ਪਲੈਨਿੰਗ ਨੂੰ ਬੀਟ ਕਰਨ ਦੀ ਜ਼ਰੂਰਤ ਵੀ ਹੈ ਔਰ ਅਸੀਂ ਕੁਝ ਪੋਜ਼ਿਟਿਵ ਥਿੰਕਿੰਗ ਕਰਕੇ ਅੱਗੇ ਵੱਲ ਤੁਰ ਸਕਦੇ ਹਾਂ। ਜਿਹੜਾ ਪ੍ਰੈਜ਼ੈਂਟ ਸਿਨਾਰੀਓ ਹੈ ਉਹਦੇ ਵਿੱਚ ਕਾਂਗਰਸ ਦਾ ਬਾਉਂਸ ਬੈਕ ਕਰਨਾ ਬਹੁਤ ਮੁਸ਼ਕਿਲ ਹੈ। ਤੁਸੀਂ ਇੱਕ ਬਹੁਤ ਵਧੀਆ ਗੱਲ ਕਹੀ ਸੀ, ਕਿਸ ਤਰ੍ਹਾਂ ਉਹ ਆ ਸਕਦੇ ਹੈ। They have to plan to take couple of steps back। ਮੋਦੀ ਜੀ ਨੇ ਕੀ ਕੀਤਾ ਸੀ? ਕਾਲੇ ਕਾਨੂੰਨ ਵਾਪਸ ਲਏ, ਲੇਕਿਨ ਉਸ ਤੋਂ ਬਾਅਦ ਕੀ ਕੋਈ ਕਿਸਾਨਾਂ ਨੂੰ ਰਾਹਤ ਮਿਲੀ? ਇਹਨੂੰ ਕਹਿੰਦੇ ਹਵਾ ਨਿਕਾਲਣਾ। ਜਿੱਥੇ ਜਿੱਥੇ ਜੇ ਉਹ ਟਿਕੈਤ ਸੀ, ਉਸ ਫੈਮਿਲੀ ਦੀ ਹਵਾ ਕਿਸ ਤਰ੍ਹਾਂ ਨਿਕਾਲੀ? ਭਾਵੇਂ ਪੈਸੇ ਦੇ ਸਿਰ ਤੇ ਨਿਕਾਲੀ, ਬਟ ਫੈਕਟ ਇਹ ਹੈ
ਵੀ ਜਿਹੜੇ ਜਿਹੜੇ ਸੀ ਉਹਨਾਂ ਨੂੰ ਮਿੱਥ ਕੇ ਉਹਨਾਂ ਦੇ ਸਾਹਮਣੇ ਹਵਾ ਨਿਕਾਲਣਾ, ਦਿਸ ਇਜ਼ ਕਾਲਡ ਪਲੈਨਿੰਗ। ਕਾਂਗਰਸ ਦੇ ਵਿੱਚ ਪਲੈਨਿੰਗ ਨਹੀਂ ਪ੍ਰੈਸ ਅਵਿਨਾਸ਼, ਫਿਰ ਇਹਦੇ ਨਾਲ ਇੱਕ ਸਵਾਲ ਇਹ ਵੀ ਹੈ ਨਾ ਪ੍ਰੈਸ ਅਵਿਨਾਸ਼, ਇੱਕ ਸਵਾਲ ਇਹ ਵੀ ਹੈ, ਜੋ ਨੈਸ਼ਨਲ ਹੈਰਾਲਡ ਵਾਲੇ ਕੇਸ ਦੇ ਵਿੱਚ ਤੁਹਾਨੂੰ ਉਹ ਈਡੀ ਦੀ ਯਾਤਰਾ ਕਰਵਾਉਂਦੇ, ਉਸ ਤੋਂ ਬਾਅਦ ਤੁਸੀਂ ਭਾਰਤ ਜੋੜੋ ਯਾਤਰਾ ਸ਼ੁਰੂ ਕਰਦੇ ਪਏ ਹੋ। ਸਾਨੂੰ ਈਡੀ ਦੀ ਯਾਤਰਾ ਤਾਂ ਸਾਰੀ ਥਾਂ ਤੇ ਪਤਾ ਜੀ। ਜਿਹੜਾ ਉਹ ਹਾਸੇ ਵਾਲੀ ਗੱਲ ਹੈ, ਉਹ ਕਹਿੰਦਾ ਜਨਾਬ ਤੁਹਾਡੇ ਤੇ ਰੇਡ ਹੈ, ਕਹਿੰਦਾ ਜੀ ਮੈਂ ਤਾਂ ਅੱਜ ਸਵੇਰੇ ਬੀਜੇਪੀ ਜੁਆਇਨ ਕਰ ਲਈ, ਕਹਿੰਦਾ ਅੱਛਾ ਤੁਸੀਂ ਪਹਿਲਾਂ ਨਹੀਂ ਇਨਫੋਰਮ ਕੀਤਾ। ਇਹ ਵੀ ਹਾਸੇ ਵਾਲੀਆਂ ਗੱਲਾਂ ਹੈ। ਈਡੀ ਦਾ ਜਾਂ ਸਰਕਾਰੀ ਅਦਾਰਿਆਂ ਦਾ ਜਿਹੜਾ ਮਜ਼ਾਕ ਅੱਜ ਕੱਲ੍ਹ ਬੜਿਆ, ਇੰਨਾ ਮਾੜਾ ਮਜ਼ਾਕ ਕਦੇ ਨਹੀਂ ਸੀ ਹੋਇਆ। ਉਹ ਬਹੁਤ ਸਿੱਧਾ ਹੈ ਕਿ ਤੁਸੀਂ ਗੱਲ ਘੋਟੂ ਸਾਰੀ ਥਾਂ ਤੇ ਲਗਾਏ ਹੋਏ ਨੇ, ਜਿੱਥੇ ਤੁਸੀਂ ਕੋਸ਼ਿਸ਼ ਕਰਦੇ ਹੋ ਉੱਥੇ ਇਸਤੇਮਾਲ ਕਰ ਲੈਂਦੇ ਹੋ। ਉਹ ਕਾਂਗਰਸ ਤੇ ਵੀ ਇਸਤੇਮਾਲ ਹੋਇਆ ਹੋਇਆ। ਇੱਕ ਮੈਨੂੰ ਜੋੜੋ ਜਿਹੜਾ ਹੈ, ਤੁਸੀਂ ਠੀਕ ਕਿਹਾ ਕਿ ਇੱਕ ਉਹਦਾ ਵਾਇਆ ਮੀਡੀਆ ਸੀ। ਇੱਕ ਮੈਨੂੰ ਇਹ ਚੀਜ਼ ਦੱਸ ਦਿਓ ਪ੍ਰੈਸ ਅਵਿਨਾਸ਼ ਸਿੰਘ, ਰਾਹੁਲ ਗਾਂਧੀ ਕਿਹੜਾ ਮਟੀਰੀਅਲ ਤੁਹਾਨੂੰ ਲੱਗਦਾ? ਪ੍ਰਾਈਮ ਮਿਨਿਸਟਰ ਮਟੀਰੀਅਲ ਲੱਗਦਾ, ਪ੍ਰੈਜ਼ੀਡੈਂਟ ਮਟੀਰੀਅਲ ਲੱਗਦਾ, ਕਿਹੜਾ ਮਟੀਰੀਅਲ ਲੱਗਦਾ? ਕਿਉਂਕਿ ਰਾਹੁਲ ਗਾਂਧੀ ਬਾਰੇ ਜਿਹੜੇ ਮਜ਼ਾਕ ਬਣੇ ਹੋਏ, ਪਰ ਰਾਹੁਲ ਗਾਂਧੀ ਜਦੋਂ ਆਪਦੀ ਤਿਆਰੀ ਕਰਕੇ ਜਦੋਂ ਕਿਸੇ ਵੀ ਜਲਸੇ ਨੂੰ ਸੰਬੋਧਨ ਕਰਦੇ ਆ, ਉਦੋਂ ਲੱਗਦਾ ਕਿ ਵਿਜ਼ਨ ਹੈਗਾ, ਪਰ ਜਦੋਂ ਵਿਜ਼ਨ ਗਾਂਧੀ ਨਹਿਰੂ ਪਰਿਵਾਰ ਤੱਕ ਸੀਮਤ ਰਹਿੰਦਾ, ਫਿਰ ਲੱਗਦਾ ਕਿ ਵਿਜ਼ਨ ਆ ਜਿਹੜਾ ਰਿਮੋਟ ਕੰਟਰੋਲ ਵਾਲਾ ਆਪਦੇ ਤੱਕ ਹੀ ਸੀਮਤ ਹੈ। ਕੇਪੀ ਸਿੰਘ ਜੀ, ਵਿਜ਼ਨ ਉਹ ਹੁੰਦਾ ਹੈ ਜਦੋਂ ਕਿ ਬੰਦਾ ਜਿਹੜਾ ਹੈ he is always aware of what is happening in the country and what is happening in the world। ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ। ਜਿਸ ਵੇਲੇ ਉਹ ਤਿਆਰੀ ਕਰਕੇ ਜਾਂਦੇ ਨੇ, ਉਸ ਵੇਲੇ he is impressive, he could be powerful, but ਜਿਸ ਵੇਲੇ ਉਹ ਆਪਣੀਆਂ ਸਟੇਟਮੈਂਟ ਜਿਹਦੇ ਲਈ ਉਹ ਮਸ਼ਹੂਰ ਹੈ, ਜਿਹਦੇ ਲਈ ਉਹ he is caught on the wrong foot, ਉੱਥੇ ਪ੍ਰੋਬਲਮ ਹੈ। ਫਲੈਸ਼ਸ ਆਫ ਬ੍ਰਿਲੀਅੰਸ ਹੈਗੇ ਨੇ ਜੇ ਉਹਨੂੰ ਪ੍ਰੋਪਰਲੀ ਇਸਤੇਮਾਲ ਕੀਤਾ ਜਾਵੇ। ਪ੍ਰੈਸ ਅਵਿਨਾਸ਼, ਇੱਕ ਆਖਰੀ ਸਵਾਲ, ਮੈਂ ਤੇ ਤੁਸੀਂ ਕਾਂਗਰਸ ਤੇ ਚਰਚਾ ਕਿਉਂ ਕਰਦੇ ਪਏ? ਕਿਉਂਕਿ ਕਾਂਗਰਸ ਸਭ ਤੋਂ ਪੁਰਾਣੀ ਪਾਰਟੀ ਹੈ, ਕਿਉਂਕਿ ਆਜ਼ਾਦੀ ਦੇ ਸੰਗਰਾਮ ਦੇ ਵਿੱਚ ਕਾਂਗਰਸ ਦਾ ਬਹੁਤ ਵੱਡਾ ਹੱਥ ਸੀ। ਜੇ ਦੇਸ਼ ਨੇ ਪਹਿਲੇ ਕੁਝ ਸਾਲਾਂ ਦੇ ਵਿੱਚ ਕੰਪੇਅਰ ਟੂ ਪਾਕਿਸਤਾਨ, ਕੰਪੇਅਰ ਟੂ ਆਰ ਨੇਬਰਸ, ਅਸੀਂ ਜਿਹੜੀ ਤਰੱਕੀ ਕੀਤੀ ਹੈ, ਸਾਡੇ ਦੇਸ਼ ਦੇ ਵਿੱਚ ਇੰਡਸਟਰੀ ਲਿਆਂਦੀ ਗਈ, ਸਾਡੇ ਦੇਸ਼ ਦੇ ਵਿੱਚ ਕੋਈ ਇੰਡੀਆ ਆ 7-8 ਸਾਲਾਂ 'ਚ ਉੱਪਰ ਨਹੀਂ ਗਿਆ ਹੈ। ਮੈਂ ਬਹੁਤ ਕਲੀਅਰ ਹਾਂ। ਪੁਰਾਣੀਆਂ ਤੁਸੀਂ ਜਿਹੜੀਆਂ ਸਕੀਮ ਸੀ, ਨਵੀਆਂ ਤੁਸੀਂ ਘੱਟ ਲਿਆਏ। ਜਿਹੜੀ ਮਨਮੋਹਨ ਸਿੰਘ ਸਰਕਾਰ ਵਾਲੀਆਂ ਸਕੀਮਾਂ ਸੀ, ਉਹਨਾਂ ਨੂੰ ਨਵਾਂ ਨਾਂ ਦੇ ਕੇ ਤੁਸੀਂ ਦਿੱਤਾ। ਮੈਂ ਦੁਬਾਰਾ ਕਹਾਂਗਾ ਕਿ ਜਿਸ ਵੇਲੇ ਐਜ਼ ਫਾਈਨੈਂਸ ਮਿਨਿਸਟਰ ਮਨਮੋਹਨ ਸਿੰਘ ਨੇ ਜੋ ਕੰਮ ਕੀਤਾ, ਉਹਨਾਂ ਦਾ ਕ੍ਰੈਡਿਟ ਦੋਨਾਂ ਨੂੰ ਜਾਂਦਾ। ਪਰ ਅੱਜ ਦੀ ਸਰਕਾਰ, ਮੈਂ ਬਹੁਤ ਕਲੀਅਰਲੀ ਕਹਿਣਾ ਬਈ, ਉਹਨਾਂ ਦਾ ਸ਼ੋਮੈਨਸ਼ਿਪ ਜ਼ਿਆਦਾ ਹੈ, ਲੇਕਿਨ ਕੰਮ ਜਿਹੜਾ ਹੈ ਅਸੀਂ ਉਹ ਪ੍ਰੋਜੈਕਸ਼ਨ ਜਿਹੜੀ ਹੈ ਸਿਰਫ ਗੋਦੀ ਮੀਡੀਆ ਦੇ ਥਰੂ ਕਰ ਰਹੇ ਹਾਂ। ਬਹੁਤ ਧੰਨਵਾਦ ਪ੍ਰੈਸ ਅਵਿਨਾਸ਼ ਸਿੰਘ, ਤੁਸੀਂ ਵਕਤ ਕੱਢਿਆ ਤੇ ਬਹੁਤ ਹੀ ਤੁਸੀਂ ਗੰਭੀਰਤਾ ਨਾਲ ਇਸ ਵਿਸ਼ੇ ਦੇ ਉਹਨਾਂ ਪਹਿਲੂਆਂ ਨੂੰ ਛੂਹਿਆ ਜਿਹੜੇ ਸ਼ਾਇਦ ਸਾਡੇ ਤੋਂ ਮਨਫੀ ਸਨ। ਬਹੁਤ ਧੰਨਵਾਦ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ। ਇਹ ਸਨ ਪ੍ਰੋਫੈਸਰ ਅਵਿਨਾਸ਼ ਸਿੰਘ, ਜਿਨ੍ਹਾਂ ਨੇ ਕਿਹਾ ਕਿ ਕਾਂਗਰਸ ਦੀਆਂ ਨੀਤੀਆਂ ਨੇ ਦੇਸ਼ ਨੂੰ ਨਵੀਆਂ ਲੀਹਾਂ ਤੇ ਪਹੁੰਚਾਇਆ, ਪਰ ਕਾਂਗਰਸ ਦੀਆਂ ਕੁਝ ਨੀਤੀਆਂ ਅਜਿਹੀਆਂ ਵੀ ਸੀ ਜਿਹੜੀਆਂ 84 ਦੇ ਰੂਪ ਵਿੱਚ ਸਾਡੇ ਸਾਹਮਣੇ ਪਈਆਂ, ਤੇ ਉਹਨਾਂ ਨੀਤੀਆਂ ਨੂੰ ਵੀ ਕੁਝ ਪਾਰਟੀਆਂ ਨੇ ਅੱਗੇ ਵਧਾਇਆ। ਇਹ ਵੀ ਕਾਂਗਰਸ ਦਾ ਇੱਕ ਡਰਾਬੈਕ ਰਿਹਾ। ਜੋ ਧਰਮ ਦੇ ਨਾਂ 'ਤੇ ਵੰਡਣ ਵਾਲੀ ਰਾਜਨੀਤੀ ਹੁੰਦੀ ਹੈ, ਤੇ ਹੁਣ ਜਦੋਂ ਇਹ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਜਾਂਦੀ ਹੈ, ਉਦੋਂ ਸਵਾਲ ਉੱਠਦਾ, ਇਹ ਯਾਤਰਾ ਕਿੱਥੇ ਕਿੱਥੇ ਜਾਵੇਗੀ? ਕੀ ਭਾਰਤ ਜੋੜੋ ਯਾਤਰਾ ਨਾਲ ਕਾਂਗਰਸ ਜੁੜ ਜਾਵੇਗੀ? ਇਹ ਸਵਾਲ ਆਪਣੇ ਆਪ ਵਿੱਚ ਵੱਡਾ, ਕਿਉਂਕਿ ਇਹ ਸਵਾਲ ਭਾਰਤ ਦੇ ਨਾਲ ਜੁੜਿਆ ਹੋਇਆ, ਇਕੱਲੀ ਕਾਂਗਰਸ ਨਾਲ ਜੁੜਿਆ ਹੋਇਆ ਨਹੀਂ ਹੈ। ਕਿਉਂਕਿ ਕਾਂਗਰਸ ਨੇ ਨਾਮ ਤਾਂ ਭਾਰਤ ਦਾ ਲਿਆ, ਪਰ ਕਾਂਗਰਸ ਖੁਦ ਜੁੜ ਜਾਵੇਗੀ? ਸਵਾਲ ਕਾਂਗਰਸ ਸੇ ਅੱਗੇ। ਬਹੁਤ ਧੰਨਵਾਦ।